ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਦੋ ਤਿੰਨ ਖਬਰਾਂ ਅੱਜ ਪ੍ਰਮੁੱਖਤਾ ਦੇ ਨਾਲ ਕੈਨੇਡਾ ਦੇ ਵਿੱਚ ਸਾਰਾ ਦਿਨ ਇਹਨਾਂ ਦੇ ਉੱਤੇ ਚਰਚਾ ਚੱਲਦੀ ਰਹੀ। ਚੀਨ ਦੇ ਵਿੱਚ ਕੋਵਿਡ-19 ਦੇ ਕੇਸ ਦੁਬਾਰਾ ਆਏ ਆ, ਸ਼ੰਘਾਈ 'ਚ ਲੋਕਡਾਊਨ ਲੱਗਿਆ ਕਾਫੀ ਦਿਨਾਂ ਤੋਂ ਉਸੇ ਤਰ੍ਹਾਂ ਜਾਰੀ ਹੈ, ਉਹਦੇ ਬਾਰੇ ਚਰਚਾ ਕਰਾਂਗੇ। ਕੈਨੇਡਾ ਦੇ ਵਿੱਚੋਂ ਬਹੁਤੇ ਲੋਕ ਹੁਣ ਇੱਧਰ ਵਾਸ਼ਿੰਗਟਨ ਨੂੰ BC ਤੋਂ ਖਾਸ ਕਰਕੇ ਬਾਰਡਰ ਕ੍ਰੋਸ ਕਰਕੇ ਗੈਸ ਵਗੈਰਾ ਲੈਣ ਜਾਣ ਲੱਗ ਪਏ, ਕਿਉਂਕਿ ਕੋਵਿਡ-19 ਦੀਆਂ ਪਾਬੰਦੀਆਂ ਜਿਹੜੀਆਂ ਸੀ ਉਹ ਹਟ ਗਈਆਂ। ਹੁਣ ਉਸ ਤਰ੍ਹਾਂ ਟੈਸਟ ਨਹੀਂ ਚਾਹੀਦਾ, ਲੋਕ ਪਹਿਲਾਂ ਵਾਂਗੂ ਅਮਰੀਕਾ ਜਾ ਰਹੇ ਆ, ਬਾਰਡਰ ਦੇ ਉੱਤੇ ਰਸ਼ ਪਿਆ। ਇਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ। ਵੈਕਸੀਨ ਦੇ ਨਕਲੀ ਪਾਸਪੋਰਟਾਂ ਦਾ ਇੱਕ ਮਾਮਲਾ ਜਰਮਨ ਦੇ ਵਿੱਚ ਸਾਹਮਣੇ ਆਇਆ। ਇੱਕ ਬੰਦੇ ਨੇ 90 ਵਾਰੀ ਆਪਣੀ ਵੈਕਸੀਨ ਲਵਾ ਲਈ ਤਾਂ ਕਿ ਦੂਜਿਆਂ ਨੂੰ ਹਰ ਵਾਰ ਸਹੀ ਨੰਬਰ ਦੇ ਸਕੇ। ਨਕਲੀ ਪਾਸਪੋਰਟ ਵੇਚਣ ਲਈ ਉਹਨੇ ਆਪਣੀ 90 ਵਾਰੀ ਵੈਕਸੀਨ ਲਵਾ ਲਈ। ਇਹ ਵੀ ਖਬਰ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਆਟੋ ਇੰਡਸਟਰੀ ਦੇ ਉੱਤੇ ਜਿਹੜਾ ਰਸ਼ੀਆ ਯੂਕਰੇਨ ਯੁੱਧ ਆ ਉਹਦਾ ਹੋਰ ਮਾੜਾ ਪ੍ਰਭਾਵ ਪੈ ਸਕਦਾ। ਕਾਰਾਂ ਪਹਿਲਾਂ ਨਹੀਂ ਮਿਲ ਰਹੀਆਂ, ਹੋਰ ਕਾਰਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦੇਰੀ ਹੋ ਸਕਦੀ ਹੈ, ਜਿਹੜੀਆਂ ਕਾਰਾਂ ਸਾਡੇ ਤੱਕ ਪਹੁੰਚ ਰਹੀਆਂ ਆ। ਇਸੇ ਤਰ੍ਹਾਂ ਹੀ ਵੈਨਕੂਵਰ ਦੇ ਵਿੱਚ ਜਿਹੜਾ ਇੱਕ ਵਾਤਾਵਰਨ ਬਚਾਉਣ ਵਾਲੇ ਵਾਤਾਵਰਨ ਪ੍ਰੇਮੀਆਂ ਨੇ ਅੱਜ ਸਵੇਰੇ ਧਰਨਾ ਲਾਇਆ, ਜਿਹੜਾ ਕਿ ਬਾਅਦ ਵਿੱਚ ਚੱਕ ਦਿੱਤਾ ਗਿਆ। ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਸਭ ਤੋਂ ਪਹਿਲੀ ਖਬਰ ਚੀਨ ਤੋਂ ਆ ਰਹੀ ਆ। ਚੀਨ ਦੇ ਵਿੱਚ ਜਿਹੜਾ ਕੋਵਿਡ-19 ਦਾ ਸਾਰਾ ਰੌਲਾ ਗੋਲਾ ਸੀ, ਅਸੀਂ ਜਾਣਦੇ ਹਾਂ ਕਿ ਚੀਨ ਤੋਂ ਸ਼ੁਰੂ ਹੋਇਆ ਸੀ। ਦੁਨੀਆ ਜਦੋਂ ਚੁੱਪਚਾਪ ਬੈਠੀ ਸੀ ਉਸ ਵੇਲੇ ਚੀਨ ਦੇ ਵਿੱਚ ਪੂਰਾ ਇਹ ਫੈਲ ਚੁੱਕਿਆ ਸੀ। ਉਹਦੇ ਤੋਂ ਬਾਅਦ ਦੁਨੀਆ ਦੇ ਵਿੱਚ ਕੋਵਿਡ-19 ਫੈਲ ਗਿਆ ਅਤੇ ਚੀਨ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਗਿਆ। ਉਹਨਾਂ ਨੇ ਇੱਕ ਪਾਲਿਸੀ ਰੱਖੀ ਕਿ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਰੱਖਣੀ ਹੈ, ਕੋਵਿਡ-19 ਦਾ ਇੱਕ ਵੀ ਕੇਸ ਨਹੀਂ ਆਉਣ ਦੇਣਾ। ਉਹਨਾਂ ਨੇ ਆਪਣੀ ਵੈਕਸੀਨ ਵੀ ਬਣਾਈ। ਵੈਕਸੀਨ ਤੋਂ ਬਾਅਦ ਉੱਥੇ ਕੇਸ ਘਟ ਵੀ ਗਏ। ਸਭ ਤੋਂ ਪਹਿਲਾਂ ਇਹਨਾਂ ਦੇ ਸ਼ਹਿਰ ਜਿਹੜੇ ਸੀ ਚੀਨ ਦੇ, ਉਹ ਓਪਨ ਹੋ ਗਏ। ਦੁਨੀਆ ਦੇ ਵਿੱਚ ਉਸ ਵੇਲੇ ਪੂਰਾ ਕੋਵਿਡ-19 ਦਾ ਪ੍ਰਕੋਪ ਸੀ। ਇੱਕ ਵਾਰੀ ਫੇਰ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਬਣ ਰਹੀ ਆ। ਸਥਿਤੀ ਇਹ ਬਣ ਰਹੀ ਆ ਕਿ ਚੀਨ ਦੇ ਸ਼ੰਘਾਈ ਦੇ ਵਿੱਚ ਦੁਬਾਰਾ ਫਿਰ ਲੋਕਡਾਊਨ ਲੱਗਿਆ 2 ਹਫ਼ਤੇ ਦਾ, ਔਰ ਉਸ ਲੋਕਡਾਊਨ ਦੇ ਵਿੱਚ ਮਾਸ ਟੈਸਟਿੰਗ ਕੀਤੀ ਜਾ ਰਹੀ ਹੈ ਕਿ ਕੁਝ ਜਿਹੜੇ BA.2 ਕੁਝ ਕਰਕੇ ਵੇਰੀਐਂਟ ਸਾਹਮਣੇ ਆ ਰਹੇ ਆ ਉਹਦੇ ਕੇਸਿਸ ਕਰਕੇ। ਅੱਜ ਖਬਰ ਇਹ ਆ ਰਹੀ ਹੈ ਕਿ 10,000 ਦੇ ਕਰੀਬ ਹੈਲਥ ਵਰਕਰ ਸਾਰੇ ਦੇਸ਼ ਦੇ ਵਿੱਚੋਂ ਇਕੱਠਾ ਕਰਕੇ ਉਹਨਾਂ ਨੇ ਸ਼ੰਘਾਈ ਦੇ ਵਿੱਚ ਭੇਜਿਆ, ਜਿਹਦੇ ਵਿੱਚ 2,000 ਮਿਲਟਰੀ ਵਾਲੇ ਵੀ ਆ, ਅਤੇ ਤਾਂ ਕਿ ਉੱਥੇ ਜਾ ਕੇ ਜਿਹੜਾ ਇਹ ਆਊਟਬ੍ਰੇਕ ਉੱਥੇ ਹੋਈ ਆ, ਲਾਰਜੈਸਟ ਆਊਟਬ੍ਰੇਕ ਕਹੀ ਜਾ ਰਹੀ ਆ ਇਸ ਕੋਵਿਡ ਦੀ, ਅਤੇ ਜ਼ੀਰੋ ਕੋਵਿਡ ਸਟ੍ਰੈਟਜੀ ਦੇ ਤਹਿਤ ਉੱਥੇ ਮਾਸ ਟੈਸਟਿੰਗ ਦੇ ਲਈ ਇਕੱਠੇ ਕੀਤਾ ਗਿਆ। 25 ਮਿਲੀਅਨ ਆਬਾਦੀ ਆ ਸ਼ੰਘਾਈ ਦੀ, ਅਤੇ ਉਹ ਕਹਿੰਦੇ ਵੀ ਅਸੀਂ 25 ਮਿਲੀਅਨ ਦੇ 25 ਮਿਲੀਅਨ ਨੂੰ ਟੈਸਟ ਕਰਨਾ ਇੱਕ ਪਾਸਿਓਂ। ਸੋਮਵਾਰ ਨੂੰ ਜਿਹੜਾ ਅਨਾਊਂਸ ਕੀਤਾ ਗਿਆ 2 ਫੇਜ਼ ਦਾ ਲਾਕਡਾਊਨ ਦੂਜੇ ਹਫ਼ਤੇ ਦੇ ਵਿੱਚ ਦਾਖਲ ਹੋ ਚੁੱਕਿਆ। ਬਹੁਤੀਆਂ ਜਿਹੜੀ ਈਸਟਰਨ ਸ਼ੰਘਾਈ ਵਾਲਾ ਪਾਸਾ ਆ ਉੱਧਰ ਉਹਨੂੰ ਰੀਓਪਨ ਕੀਤਾ ਗਿਆ ਸੀ ਫਰਾਈਡੇ ਨੂੰ, ਅਤੇ ਵੈਸਟਰਨ ਹਾਫ ਜਿਹੜਾ ਸਿਟੀ ਦਾ ਆ ਉਹਦੇ ਕੁਛ ਹਿੱਸੇ ਦੇ ਨਾਲ ਬਹੁਤ ਸਾਰੀਆਂ ਫੈਕਟਰੀਜ਼, ਫਾਈਨੈਂਸ਼ੀਅਲ ਕੰਪਨੀਜ਼, ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਕੰਮ ਕਰ ਸਕਦੇ ਆ ਜੇ ਆਈਸੋਲੇਟ ਤੁਹਾਡੇ EMPLOYEE ਰਹਿ ਸਕਦੇ ਆ ਉੱਥੇ। ਜਿਹੜਾ ਕਿਉਂਕਿ ਕਾਰਨ ਇਹ ਸੀ ਕਿ ਸ਼ੰਘਾਈ ਫਾਈਨੈਂਸ਼ੀਅਲ ਕੈਪੀਟਲ ਕਹੀ ਜਾਂਦੀ ਹੈ ਚੇਨਈ ਦੀ, ਅਤੇ ਜੇ ਉਹ ਫਾਈਨੈਂਸ਼ੀਅਲ ਕੈਪੀਟਲ ਆ ਉਹਨੂੰ 2 ਹਫ਼ਤੇ ਦੇ ਲਈ ਟੋਟਲੀ ਬੰਦ ਕਰਨ ਦਾ ਮਤਲਬ ਆ ਕਿ ਬਹੁਤ ਵੱਡਾ ਆਰਥਿਕ ਪ੍ਰਭਾਵ ਦੇਸ਼ ਦੇ ਉੱਤੇ ਅਤੇ ਦੁਨੀਆ ਦੇ ਉੱਤੇ ਪੈਣਾ ਹੈ। ਉਹਦੇ ਤਹਿਤ ਕੁਛ ਇਹਨਾਂ ਇੰਸਟੀਟਿਊਸ਼ਨ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਮੇਜਰ ਸ਼ਿਪਿੰਗ ਉੱਥੋਂ ਹੁੰਦੀ ਆ, ਮੈਨੂਫੈਕਚਰਿੰਗ ਸੈਂਟਰ ਵੀ ਆ। ਓਮੀਕਰੋਨ BA.2 ਇਹ ਫਾਰਮ ਆ ਇਸ ਵਾਇਰਸ ਦੀ, ਜਿਹਦੀ ਚਾਈਨਾ ਦੇ ਵਿੱਚ ਟੈਸਟ ਕੀਤਾ ਜਾ ਰਿਹਾ ਤਾਂ ਕਿ ਜ਼ੀਰੋ ਕੋਵਿਡ ਅਪਰੋਚ ਨੂੰ ਮੇਨਟੇਨ ਕੀਤਾ ਜਾ ਸਕੇ, ਆਊਟਬ੍ਰੇਕ ਨੂੰ ਸਟਾਪ ਕੀਤਾ ਜਾ ਸਕੇ, ਤਾਂ ਕਿ ਦੂਜੀਆਂ ਥਾਵਾਂ ਦੇ ਉੱਤੇ ਨਾ ਫੈਲ ਸਕੇ, ਭਾਵੇਂ ਉਹਨਾਂ ਨੂੰ ਸਿੰਪਟਮ ਹੈਗੇ ਆ ਜਾਂ ਭਾਵੇਂ ਉਹਨਾਂ ਨੂੰ ਸਿੰਪਟਮ ਨਹੀਂ ਹੈਗੇ। ਸ਼ੰਘਾਈ ਦੇ ਵਿੱਚ ਇੱਕ ਐਗਜ਼ੀਬਿਸ਼ਨ ਹਾਲ ਆ ਬਹੁਤ ਵੱਡਾ, ਇਸੇ ਤਰ੍ਹਾਂ ਦੂਜੀਆਂ ਫੈਸਿਲਿਟੀਜ਼ ਹੈਗੀਆਂ, ਉਹਨਾਂ ਸਾਰੀਆਂ ਨੂੰ ਕਨਵਰਟ ਕਰ ਦਿੱਤਾ ਉਹਨਾਂ ਨੇ ਆਈਸੋਲੇਸ਼ਨ ਸੈਂਟਰ ਦੇ ਵਿੱਚ। ਭਾਵ ਬਿਲਕੁਲ ਸ਼ੁਰੂ ਵਰਗਾ ਮਾਹੌਲ ਜਿੱਦਾਂ ਕੋਵਿਡ ਸ਼ੁਰੂ ਹੋਇਆ ਸੀ ਉਸ ਵੇਲੇ ਸੀਗਾ। ਇੱਥੇ ਆਪਣੇ ਵੈਨਕੂਵਰ ਦੇ ਵਿੱਚ ਵੀ ਵੈਨਕੂਵਰ ਕਨਵੈਨਸ਼ਨ ਸੈਂਟਰ ਨੂੰ ਵੀ ਤਿਆਰ ਕਰ ਲਿਆ ਸੀ। ਇਸੇ ਤਰ੍ਹਾਂ ਉਹਨਾਂ ਨੇ ਉੱਥੋਂ ਐਗਜ਼ੀਬਿਸ਼ਨਸ ਅਤੇ ਦੂਜੇ ਹਾਲਸ ਨੂੰ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ ਆਈਸੋਲੇਸ਼ਨ ਸੈਂਟਰ ਦੇ ਵਿੱਚ। ਜਿਹੜੇ ਵਿਅਕਤੀ ਨੂੰ ਕੋਈ ਸਿੰਪਟਮ ਆ ਜਾਂ ਮਾਈਲਡ ਸਿੰਪਟਮ ਹੈਗੇ ਆ ਉਹਨੂੰ ਉਹ ਜਿਹੜੇ ਵੱਖਰੇ ਬੈਡਸ ਦੇ ਉੱਤੇ ਉਹਨੂੰ ਇੱਕ ਟੈਂਪਰੇਰੀ ਪਾਰਟੀਸ਼ਨ ਕਰਕੇ ਉੱਥੇ ਭੇਜਿਆ ਜਾ ਰਿਹਾ। ਸੋਮਵਾਰ ਨੂੰ ਚੀਨ ਦੇ ਵਿੱਚ 13,000 ਤੋਂ ਜ਼ਿਆਦਾ ਨਵੇਂ ਕੇਸ ਪੂਰੀ ਨੇਸ਼ਨ ਦੇ ਵਿੱਚ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ। ਅੱਜ ਸਵੇਰ ਤੱਕ ਦੀ ਇਹ ਖਬਰ ਆ, ਅਤੇ 12,000 ਜਿਹੜੇ ਉਹ 23,000 ਦੇ ਵਿੱਚੋਂ 12,000 ਏਸਿਮਟੋਮੈਟਿਕ ਆ। ਟੈਸਟ ਕੀਤੇ ਤੇ ਪਤਾ ਲੱਗਦਾ ਵੀ ਇਹਨਾਂ ਨੂੰ ਕੋਵਿਡ ਹੈਗਾ ਆ, ਅਦਰਵਾਈਜ਼ ਉਹਨਾਂ ਨੂੰ ਕੋਈ ਵੀ ਲੱਛਣ ਨਹੀਂ ਆ। 9,000 ਜਿਹੜੇ ਕੇਸ ਆ ਉਹ ਸ਼ੰਘਾਈ ਦੇ ਵਿੱਚ ਆ, ਅਤੇ ਵੱਡੀ ਆਊਟਬ੍ਰੇਕ ਇਸ ਨਾਰਥ ਈਸਟਰਨ ਚਾਈਨਾ ਦੇ ਜਿਲਨ ਪ੍ਰੋਵਿੰਸ ਦੇ ਵਿੱਚ ਹੋਈ ਆ। ਉੱਥੇ 3500 ਕੇਸ ਸਾਹਮਣੇ ਆਇਆ। ਸ਼ੰਘਾਈ ਲੋਕਡਾਊਨ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਇਸ ਲੋਕਡਾਊਨ ਦੇ ਨਾਲ ਸਾਹਮਣੇ ਆਈਆਂ ਸੀ ਕਿ ਸਾਨੂੰ ਲੋਕ ਕਹਿੰਦੇ ਸੀ ਸਾਨੂੰ ਫੂਡ ਨਹੀਂ ਮਿਲ ਰਿਹਾ, ਲਿਮਟਡ ਸਟਾਫ ਆ, ਫੈਸਿਲਿਟੀ ਨਹੀਂ ਆ ਉੱਥੇ, ਜਿਹੜੀ ਆਈਸੋਲੇਸ਼ਨ ਸਾਈਟਸ ਜਿਹੜੀਆਂ ਬਣਾਈਆਂ ਗਈਆਂ ਉੱਥੇ ਸਹੂਲਤਾਂ ਨਹੀਂ ਆ।
ਕੁਝ ਲੋਕਾਂ ਨੇ ਜਿਹੜੇ ਟੈਸਟ ਪੋਜ਼ਿਟਿਵ ਆਏ ਸੀ ਉਹ ਘਰ ਦੇ ਵਿੱਚ ਰਹੇ ਤਾਂ ਕਿ ਲੰਬੇ ਸਮੇਂ ਦੇ ਲਈ, ਕਿਉਂਕਿ ਆਈਸੋਲੇਸ਼ਨ ਬੈੱਡਸ ਹੈ ਨਹੀਂ। ਜੇ ਕਿਸੇ ਨੂੰ ਕੋਵਿਡ ਹੋ ਜਾਂਦਾ ਉਹਨੂੰ ਆਈਸੋਲੇਸ਼ਨ ਬੈੱਡ ਦੇ ਵਿੱਚ ਲਿਜਾਣ ਦਾ ਪ੍ਰਬੰਧ ਹੈ ਨਹੀਂ। ਜਿਹੜੀ ਕੁਝ ਨਿਊਜ਼ ਉੱਥੇ ਦੀਆਂ ਇਹ ਦੱਸ ਰਹੀਆਂ ਆ ਕਿ ਜਿਹੜੇ ਪੇਰੈਂਟਸ ਆ ਉਹਨਾਂ ਦੇ ਵਿੱਚ ਐਂਗਜ਼ਾਇਟੀ ਹੋ ਰਹੀ ਆ ਆਪਣੇ ਬੱਚਿਆਂ ਨੂੰ ਲੈ ਕੇ। ਸ਼ੰਘਾਈ ਹੈਲਥ ਕਮਿਸ਼ਨ ਦੇ ਅਫੀਸ਼ੀਅਲ ਨੇ ਇਹ ਜਾਣਕਾਰੀ ਦਿੱਤੀ ਆ ਕਿ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਦੂਰ ਰੱਖਣਾ ਪੈ ਰਿਹਾ ਮਾਪਿਆਂ ਤੋਂ ਕੁਝ ਕੇਸਿਸ ਦੇ ਵਿੱਚ। ਤੇ ਜੇਕਰ ਮਾਪੇ ਵੀ ਜਿਹੜੇ ਦੋਵੇਂ ਪੋਜ਼ਿਟਿਵ ਆ ਜਾਂਦੇ ਆ ਫਿਰ ਪੇਰੈਂਟਸ ਨੂੰ ਉਹਨਾਂ ਬੱਚਿਆਂ ਦੇ ਨਾਲ ਰਹਿਣ ਦੇ ਲਈ ਅਲਾਓ ਕੀਤਾ ਜਾਂਦਾ। ਮਤਲਬ ਬਿਲਕੁਲ ਉਹੋ ਜਿਹਾ ਮਾਹੌਲ ਜਿਸ ਤਰ੍ਹਾਂ ਦਾ ਇੱਥੇ ਕੋਵਿਡ ਦੇ ਸਿਖਰ ਉੱਤੇ ਸੀ ਉਹ ਚੀਨ ਦੇ ਸ਼ੰਘਾਈ ਸ਼ਹਿਰ ਦੇ ਵਿੱਚ ਉਸੇ ਤਰ੍ਹਾਂ ਹੋਇਆ। ਚਾਈਨਾ ਡੇਲੀ ਇੱਕ ਨਿਊਜ਼ਪੇਪਰ ਆ, ਉਹਦੇ ਅਨੁਸਾਰ 15,000 ਮੈਡੀਕਲ ਵਰਕਰ ਨੇੜੇ ਦੇ ਜਿਹੜੇ ਪ੍ਰੋਵਿੰਸ ਹੈਗੇ ਆ ਉੱਥੋਂ ਸ਼ੰਘਾਈ ਵੱਲੋਂ ਭੇਜੇ ਗਏ ਆ। ਅੱਜ ਸੋਮਵਾਰ ਨੂੰ ਉਹਨਾਂ ਦੇ ਹਸਪੀਟਲ ਦੀਆਂ ਬੱਸਸ ਦੇ ਵਿੱਚ 2000 ਤੋਂ ਜ਼ਿਆਦਾ ਆਰਮੀ ਦੇ ਪਰਸਨਲ ਇਹਨਾਂ ਦੇ ਵਿੱਚ ਸ਼ਾਮਲ ਨੇ, ਉਹ ਉੱਥੇ ਗਏ ਨੇ ਇਹ ਸਾਰੇ ਕੁਝ ਨੂੰ ਠੀਕ ਠਾਕ ਰੱਖਣ ਦੇ ਲਈ। ਜਿਹੜੇ ਵਰਕਰਸ ਨੇ ਉਹਨਾਂ ਨੇ ਪ੍ਰੋਟੈਕਟਿਵ ਕਲੋਥਿੰਗ ਪਾਈ ਆ, ਸਾਈਨ ਉਹਨਾਂ ਦੇ ਕੋਲ ਆ ਜਿਹਦੇ ਉੱਤੇ ਲਿਖਿਆ ਕੀਪ 1 ਮੀਟਰ ਡਿਸਟੈਂਸ ਜਾਂ ਡੂ ਨਾਟ ਕਰਾਊਡ। ਇਹ ਸਾਈਨ ਉਹਨਾਂ ਦੇ ਕੋਲ ਆ ਤੇ ਉੱਥੇ ਜਾ ਕੇ ਉਹ ਟੈਸਟਿੰਗ ਕਰ ਰਹੇ ਆ। ਜਿਹੜਾ ਪਹਿਲਾਂ ਸੈਂਪਲ ਲਿਆ ਜਾਂਦਾ ਆ, ਟੈਸਟਿੰਗ ਜਿਹੜੀਆਂ ਬੈਚਸ ਦੇ ਵਿੱਚ ਕੀਤਾ ਜਾਂਦਾ ਆ, 10 ਲੋਕਾਂ ਦਾ ਇੱਕ ਵੇਲੇ ਟੈਸਟ ਕੀਤਾ ਜਾਂਦਾ ਸੈਂਪਲ ਦੇ ਭਾਵ। ਤੇ ਉਹਦੇ ਤੋਂ ਬਾਅਦ ਜੇ ਉਹ ਪੋਜ਼ਿਟਿਵ ਆ ਜਾਂਦੇ ਆ ਤਾਂ ਜਿਹੜੇ ਉਹਨਾਂ ਨੂੰ ਫਿਰ ਕੱਲੇ ਨੂੰ ਟੈਸਟ ਕੀਤਾ ਜਾਂਦਾ ਹੈ। ਬਹੁਤੀਆਂ ਸ਼ਾਪ ਜਾਂ ਬਿਜ਼ਨੈਸਿਸ ਸ਼ੰਘਾਈ ਦੇ ਵਿੱਚ ਬੰਦ ਕਰ ਦਿੱਤੇ ਗਏ ਆ। ਵੱਡੀ ਮੈਨੂਫੈਕਚਰਿੰਗ ਜਿਹਦੇ ਵਿੱਚ ਕਿ ਆਟੋਮੇਕਰ ਜਨਰਲ ਮੋਟਰਸ ਕੰਪਨੀ ਉੱਥੇ ਆ, ਫੌਕਸਵੈਗਨ ਏਜੀ ਉੱਥੇ ਆ। ਉਹ ਕਹਿੰਦੇ ਅਸੀਂ ਫੈਕਟਰੀ ਜਿਹੜੀਆਂ ਹਜੇ ਵੀ ਖੁੱਲ੍ਹੀਆਂ ਰੱਖੀਆਂ ਆ ਪਰ ਇਹਦਾ ਅਸਰ ਦੁਨੀਆ ਦੇ ਉੱਤੇ, ਦੁਨੀਆ ਦੀ ਸਪਲਾਈ ਚੇਨ ਦੇ ਉੱਤੇ ਪੈ ਰਿਹਾ ਹੈ। ਤੇ ਫੋਰਕਾਸਟ ਕੀਤਾ ਜਾ ਰਿਹਾ, ਜਿਹੜਾ ਸਰਵੇ ਕੰਡਕਟ ਕੀਤਾ ਸੀ ਅਮਰੀਕਨ ਚੈਂਬਰ ਆਫ ਕਾਮਰਸ ਨੇ ਸ਼ੰਘਾਈ ਦੇ ਵਿੱਚ, ਕਿ ਇਹਦਾ ਬਹੁਤ ਵੱਡਾ ਅਸਰ ਪਊਗਾ। ਜਿਹੜੀਆਂ 120 ਦੇ ਵਿੱਚੋਂ ਕੰਪਨੀਆਂ ਦੇ ਵਿੱਚ ਉਹਨਾਂ ਨੇ ਰਿਸਪੌਂਡ ਕੀਤਾ ਸੀ ਕਿ ਅਸੀਂ ਇਹ ਸਾਰੇ ਮਾਮਲੇ ਦੇ ਵਿੱਚ ਡਿਲੇ ਕਰਦੇ ਹਾਂ। ਸੋ ਉੱਥੋਂ ਜਿਹੜਾ ਸਮਾਨ ਬਣ ਕੇ ਦੁਨੀਆ ਦੇ ਵਿੱਚ ਜਾਣਾ ਉਹਦੇ ਉੱਤੇ ਅਸਰ ਵੀ ਪਊਗਾ। ਹਾਲਾਂਕਿ ਇਹਦੇ ਨਾਲ ਇੱਦਾਂ ਨਹੀਂ ਕਿ ਮੌਤਾਂ ਬਹੁਤ ਹੋਣੀਆਂ ਸ਼ੁਰੂ ਹੋ ਗਈਆਂ ਜਾਂ ਇਹ ਵਾਇਰਸ ਆਲੇ ਦੁਆਲੇ ਫੈਲਣਾ ਸ਼ੁਰੂ ਹੋ ਗਿਆ। ਹੋ ਸਕਦਾ ਇਹ ਨਾਰਮਲ ਫਲੂ ਹੋਵੇ ਤੇ ਉਹਦੇ ਤੋਂ ਬਾਅਦ ਠੀਕ ਠਾਕ ਹੋ ਜਾਵੇ, ਪਰ ਚੀਨ ਦੀ ਜਿਹੜੀ ਜ਼ੀਰੋ ਕੋਵਿਡ ਪਾਲਿਸੀ ਆ ਉਹਦੇ ਤਹਿਤ ਉਹ ਕਹਿੰਦੇ ਅਸੀਂ ਥੋੜ੍ਹਾ ਬਹੁਤਾ ਵੀ ਰਿਸਕ ਨਹੀਂ ਲੈ ਸਕਦੇ। ਇਹ ਐਸੇ ਤਰ੍ਹਾਂ ਇਹਨੂੰ ਸਾਰੇ ਕੁਝ ਨੂੰ ਇੱਥੇ ਹੀ ਦਬਾਉਣਾ ਆ। ਤੇ 25 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਲੋਕਡਾਊਨ ਦੇ ਵਿੱਚ ਪਾ ਦਿੱਤਾ ਤੇ ਉਹਨਾਂ ਦੀ ਮਾਸ ਟੈਸਟਿੰਗ ਕੀਤੀ ਜਾ ਰਹੀ ਆ। ਜਿਹੜੇ ਪੋਜ਼ਿਟਿਵ ਆਉਂਦੇ ਉਹਨਾਂ ਨੂੰ ਇੱਕ ਪਾਸੇ ਲਈ ਜਾਂਦੇ ਆ, ਦੂਜਿਆਂ ਨੂੰ ਇੱਕ ਪਾਸੇ ਲਈ ਜਾਂਦੇ ਆ। ਦੂਜਾ ਹਫਤਾ ਹੋ ਗਿਆ। ਇਸ ਖਬਰ ਨੇ ਦੁਨੀਆ ਨੂੰ ਚਿੰਤਾ ਦੇ ਵਿੱਚ ਪਾਇਆ ਆ ਕਿ ਕਿਤੇ ਇੱਦਾਂ ਨਾ ਹੋਵੇ ਕਿ ਇਹ ਸਾਰਾ ਕੁਝ ਫਿਰ ਪਹਿਲਾਂ ਵਰਗਾ ਹੋ ਜਾਵੇ ਜਾਂ ਕੋਈ ਨਵਾਂ ਇਹਦਾ ਵੇਰੀਐਂਟ ਸਾਹਮਣੇ ਆ ਜਾਵੇ। ਪਰ ਮਾਹਿਰਾਂ ਦੇ ਅਨੁਸਾਰ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਆ। ਦੂਜੀ ਦੁਨੀਆ ਨੂੰ ਤੇ ਕੈਨੇਡਾ ਨੂੰ ਪ੍ਰਭਾਵਿਤ ਕਰਨ ਵਾਲੀ ਖਬਰ ਯੂਕਰੇਨ ਰਸ਼ੀਆ ਦਾ ਯੁੱਧ ਆ। 40ਵੇਂ ਦਿਨ ਦੇ ਵਿੱਚ ਰੂਸੀ ਸੈਨਾ ਯੂਕਰੇਨ ਦੀ ਰਾਜਧਾਨੀ ਕੀਵ ਦੇ ਆਲੇ ਦੁਆਲੇ ਇਲਾਕਿਆਂ ਨੂੰ ਹੌਲੀ ਹੌਲੀ ਪਿੱਛੇ ਹਟ ਰਹੀ ਹੈ, ਖਾਲੀ ਕਰ ਰਹੀ ਹੈ। ਜਿੱਦਾਂ ਜਿੱਦਾਂ ਰੂਸੀ ਸੈਨਾ ਪਿੱਛੇ ਹਟ ਰਹੀ ਹੈ ਸੜਕਾਂ ਦੇ ਉੱਤੇ ਲਾਸ਼ਾਂ ਦੇ ਢੇਰ ਲੱਗ ਰਹੇ ਆ ਤੇ ਦੱਸਦੇ ਕਿ ਬਹੁਤ ਵੱਡੀ ਗਿਣਤੀ ਉੱਥੇ ਹੋ ਰਹੀ ਆ। ਹੁਣ ਤੱਕ ਬੁਚਾ ਸ਼ਹਿਰ ਦੇ ਵਿੱਚ 400 ਤੋਂ ਜ਼ਿਆਦਾ ਲਾਸ਼ਾਂ ਮਿਲ ਚੁੱਕੀਆਂ। ਇਸ ਤੋਂ ਬਾਅਦ ਯੂਕਰੇਨ ਦੇ ਰੂਸੀ ਸੈਨਾ ਦੇ ਜਿਹੜਾ ਸ਼ਹਿਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੈਨੋਸਾਈਡ ਦਾ ਆਰੋਪ ਸਿੱਧਾ ਯੂਕਰੇਨ ਨੇ ਰਸ਼ੀਆ ਦੇ ਉੱਤੇ ਲਾਇਆ ਕਿ ਸਾਡਾ ਨਰਸੰਹਾਰ ਕਰ ਰਿਹਾ, ਜੈਨੋਸਾਈਡ ਕਰ ਰਿਹਾ, ਨਸਲਕੁਸ਼ੀ ਕਰ ਰਿਹਾ। ਉਧਰਲੇ ਪਾਸੇ UN ਦੀ ਜਿਹੜੀ ਹਿਊਮਨ ਰਾਈਟ ਏਜੰਸੀ ਆ ਉਹਦੇ ਮੁਤਾਬਕ ਯੂਕਰੇਨ ਦੇ ਵਿੱਚ 1417 ਨਾਗਰਿਕ ਹੁਣ ਤੱਕ ਮਾਰੇ ਜਾ ਚੁੱਕੇ ਆ, 2038 ਲੋਕ ਜ਼ਖਮੀ ਹੋ ਚੁੱਕੇ ਆ। ਰਾਜਧਾਨੀ ਕੀਵ ਦੇ ਨੇੜੇ ਤੇੜੇ ਬੁਚਾ ਸ਼ਹਿਰ ਦੇ ਨੇੜੇ ਤੇੜੇ ਜਿਹੜੀਆਂ ਡੈੱਡ ਬੋਡੀਜ਼ ਪਈਆਂ ਆ ਉਹਨਾਂ ਨੂੰ ਦਫਨ ਕਰਨ ਦੇ ਲਈ 45 ਫੁੱਟ ਵਿੱਚ ਫੈਲੀ ਇੱਕ ਕਬਰ ਖੋਦੀ ਗਈ ਆ, ਜਿਹੜੀ ਪੱਟੀ ਗਈ ਆ। ਉੱਥੇ ਅਮਰੀਕਾ ਦੀ ਜਿਹੜੀ ਇੱਕ ਮੈਕਸਵੈਲ ਟੈਲੀਵਿਜ਼ਨ ਦੇ ਕੁਝ ਸੈਟੇਲਾਈਟ ਇਮੇਜ ਜਾਰੀ ਕੀਤੇ ਆ ਜਿਹਦੇ ਤੋਂ ਇਹ ਸਾਰਾ ਕੁਝ ਪਤਾ ਲੱਗ ਰਿਹਾ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਪਤਾ ਲੱਗ ਰਿਹਾ ਕਿ ਉੱਥੇ ਜਿਸ ਤਰੀਕੇ ਨਾਲ 45 ਫੁੱਟ ਲੰਬੀ ਕਬਰ ਪੱਟੀ ਗਈ ਆ ਉਹ ਕਬਰ ਦਿਖਾਈ ਦੇ ਰਹੀ ਹੈ। ਉਹਨੂੰ ਜਿਹੜੀ ਇਹ ਵੀ ਦੱਸ ਰਿਹਾ ਹੈ ਕਿ ਉਹ ਜਿਹੜੀ 45 ਫੁੱਟ ਲੰਬੀ ਕਬਰ ਸੀਗੀ ਉਹਦੇ ਉੱਪਰ ਜਿਹੜੀ ਮਿੱਟੀ ਦੀ ਤਹਿ ਸੀ ਉਹਦਾ ਰੰਗ ਪੂਰੇ ਦਾ ਪੂਰਾ ਲਾਲ ਸੀ। ਅਪਡੇਟਸ ਉੱਥੋਂ ਇਹ ਆ ਰਹੀਆਂ ਕਿ ਖਾਰਕੀਵ ਦੇ ਵਿੱਚ ਜਿਹੜੀ ਰੂਸੀ ਗੋਲਾਬਾਰੀ ਹੋਈ ਆ ਉਹਦੇ ਵਿੱਚ 7 ਲੋਕਾਂ ਦੀ ਮੌਤ ਹੋਈ ਆ। ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਯੁੱਧ ਨੂੰ ਅਪਰਾਧਾਂ ਦੀ ਜਾਂਚ ਦੇ ਲਈ ਇੱਕ ਅੰਤਰਰਾਸ਼ਟਰੀ ਆਯੋਗ ਗਠਿਤ ਕਰਨ ਦੇ ਲਈ ਕਿਹਾ। ਮਤਲਬ ਇਹ ਆ ਕਿ ਰਸ਼ੀਆ ਦੇ ਉੱਤੇ ਬਾਹਰਲਾ ਪ੍ਰੈਸ਼ਰ ਲਗਾਤਾਰ ਵੱਧਦਾ ਜਾ ਰਿਹਾ। ਰੂਸੀ ਸੈਨਾ ਨੇ ਯੂਕਰੇਨ ਦੇ ਜਿਹੜੇ ਇੱਕ ਇਲਾਕੇ ਦੇ ਵਿੱਚ ਫਿਰ ਤੋਂ ਆਪਣਾ ਨਿਸ਼ਾਨਾ ਬਣਾਇਆ ਤੇ ਉੱਥੋਂ ਦੇ ਮੇਅਰ ਨੇ ਇਹ ਗੱਲ ਦੱਸੀ ਹੈ ਕਿ ਰੂਸੀ ਮਿਜ਼ਾਈਲਾਂ ਸ਼ਹਿਰ ਦੇ ਉੱਤੇ ਹਮਲਾ ਕਰ ਰਹੀਆਂ ਤੇ ਇੱਕ ਵਿਅਕਤੀ ਦੀ ਮੌਤ ਹੋਈ ਆ, 5 ਜ਼ਖਮੀ ਹੋਏ ਆ। ਇਹ ਜਿਹੜਾ ਮਾਈਕੋਲਾਈਵ ਸ਼ਹਿਰ ਆ ਉੱਥੋਂ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਇਹ ਗੱਲ ਕਹੀ ਆ
ਕਿ ਮਰੀਅਪੋਲ ਤੋਂ ਕਰੀਬ 1.5 ਲੱਖ ਲੋਕ ਉੱਥੇ ਫਸੇ ਹੋਏ ਆ। ਇਹਨਾਂ ਨੂੰ ਰੂਸੀ ਕਬਜ਼ੇ ਵਾਲੇ ਇਲਾਕਿਆਂ ਦੇ ਵਿੱਚ ਜਿਹੜੀ ਮਦਦ ਆ ਉਹ ਪਹੁੰਚਾਉਣਾ ਕਾਫੀ ਮੁਸ਼ਕਲ ਹੋ ਰਿਹਾ। ਇਹਦੇ ਨਾਲ ਜੇ ਇਹ ਯੁੱਧ ਇਸ ਵੇਲੇ ਲੜਿਆ ਜਾ ਰਿਹਾ ਤਾਂ ਇਹਦੀ ਤੰਗੀ ਰੂਸ ਨੂੰ ਵੀ ਆ ਰਹੀ ਆ। ਰੂਸ ਵੀ ਇਹਨੂੰ ਇੰਨਾ ਸੌਖਿਆਂ ਲੜਾਈ ਨੂੰ ਨਹੀਂ ਲੜ ਰਿਹਾ। ਲੜਾਈ ਦੇ ਕਾਰਨ ਜਿਹੜੇ ਪੱਛਮੀ ਦੇਸ਼ ਆ ਉਹਨਾਂ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਉਹਦੇ ਉੱਤੇ ਲਾਈਆਂ, ਪ੍ਰਤੀਬੰਧ ਉਹਦੇ ਉੱਤੇ ਲਾਏ ਆ ਰੂਸ ਦੇ ਉੱਤੇ, ਉਹਦਾ ਅਸਰ ਉਹਦੇ ਉੱਤੇ ਹੋ ਰਿਹਾ। ਇੱਕ ਵੱਡਾ ਅਸਰ ਇਹ ਆ ਕਿ ਉੱਥੇ ਇਸ ਵੇਲੇ ਦਵਾਈਆਂ ਨਹੀਂ ਮਿਲ ਰਹੀਆਂ। ਰੂਸ ਦੇ ਵਿੱਚ ਦਵਾਈਆਂ ਚੰਗੀ ਤਰ੍ਹਾਂ ਨਹੀਂ ਮਿਲ ਰਹੀਆਂ। ਉੱਥੋਂ ਦੇ ਜਿਹੜੇ ਸਿਹਤ ਅਧਿਕਾਰੀ ਆ ਉਹ ਇਹਦੇ ਤੋਂ ਡਰ ਗਏ ਆ। ਲੋਕ ਪੈਨਿਕ ਬਾਇੰਗ ਕਰ ਰਹੇ ਆ, ਘਬਰਾ ਗਏ ਆ ਕਿ ਸ਼ਾਇਦ ਦਵਾਈਆਂ ਖਤਮ ਹੋ ਗਈਆਂ। ਇਹਦੇ ਕਰਕੇ ਉਹ ਜ਼ਿਆਦਾ ਦਵਾਈਆਂ ਖਰੀਦਣ ਲੱਗ ਪਏ ਆ, ਤੇ ਜਿਹਦੇ ਨਾਲ ਉਲਟਾ ਹੋਰ ਅਸਰ ਹੋ ਰਿਹਾ ਕਿ ਦਵਾਈਆਂ ਹੋਰ ਘਟ ਗਈਆਂ ਉੱਥੇ। ਰੂਸ ਦੇ ਜਿਹੜੇ ਇੱਕ ਖੇਤਰ ਆ ਡੈਗੈਸਟਨ ਖੇਤਰ, ਉਹਦੇ ਵਿੱਚ ਦੱਸਦੇ ਆ ਕਿ ਮਰੀਜ਼ਾਂ ਦੇ ਅਧਿਕਾਰ ਲਈ ਕੰਮ ਕਰਨ ਵਾਲਾ ਇੱਕ ਗਰੁੱਪ ਆ, ਪੇਸ਼ੈਂਟ ਮੋਨੀਟਰ ਉਹਦਾ ਨਾਂ ਆ। ਉਹਦੇ ਜਿਹੜੇ ਮੁਖੀ ਆ ਉਹ ਦੱਸ ਰਹੇ ਆ ਕਿ ਜਿਹੜੇ ਉਸ ਖੇਤਰ ਦੇ ਵਿੱਚ ਕਈ ਸਰਕਾਰੀ ਕੈਮਿਸਟ ਦੇ ਉੱਤੇ ਨਿੱਜੀ ਤੌਰ 'ਤੇ 10 ਤੋਂ ਜ਼ਿਆਦਾ ਮੰਗ ਵਾਲੀਆਂ ਦਵਾਈਆਂ ਦੀ ਕਿੰਨੀਆਂ ਕੁ ਉਪਲਬਧ ਨੇ ਇਹ ਪਤਾ ਕਰਨ ਲੈ ਰਿਹਾ। ਪਰ ਉਹ ਕਹਿੰਦੇ ਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਦਵਾਈਆਂ ਨਹੀਂ ਬਚੀਆਂ, ਭਾਵ ਕਿਸੇ ਵੇਲੇ ਵੀ ਇਹ ਸੰਕਟ ਸੱਚਮੁੱਚ ਆ ਸਕਦਾ ਉੱਥੇ। ਗ੍ਰੈਮੀ ਅਵਾਰਡਸ 2022 ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦਾ ਜਿਹੜਾ ਬੋਲਣਾ, ਉਹਨਾਂ ਦੀ ਵੀਡੀਓ ਉੱਥੇ ਚਲਾਈ ਜਾਣੀ, ਇਹ ਵੀ ਅੱਜ ਅਖਬਾਰਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਆ। ਯੂਕਰੇਨੀ ਨਾਗਰਿਕਾਂ ਦੇ ਉੱਤੇ ਜਿਹੜਾ ਜੁਰਮ ਹੋ ਰਿਹਾ ਉਹਦੇ ਰੂਸ ਦੇ ਲੀਡਰਸ ਨੂੰ ਜ਼ਿੰਮੇਵਾਰ ਦੱਸਿਆ। ਜ਼ੈਲੈਂਸਕੀ ਨੇ ਕਿਹਾ ਕਿ ਅਸੀਂ ਆਪਣੀ ਧਰਤੀ ਦੇ ਉੱਤੇ ਰੂਸ ਨਾਲ ਲੜ ਰਹੇ ਹਾਂ, ਤੇ ਜਿਹੜੇ ਲੋਕ ਬੰਬਾਂ ਦੇ ਨਾਲ ਇੱਕ ਮਤਲਬ ਬਹੁਤ ਭਿਆਨਕ ਸਨਾਟਾ ਆ ਜਿਹੜਾ ਮੌਤ ਨਾਲ ਲਿਪਟਿਆ ਆ, ਇਹ ਸ਼ਬਦ ਉਹਨਾਂ ਨੇ ਵਰਤੇ ਆ। ਤੇ ਉਹ ਕਹਿੰਦੇ ਇਹ ਸਨਾਟੇ ਨੂੰ ਤੁਸੀਂ ਆਪਣੇ ਸੰਗੀਤ ਦੇ ਨਾਲ ਭਰੋ, ਇੱਥੇ ਸਾਡੀ ਕਹਾਣੀ ਲੋਕਾਂ ਨੂੰ ਦੱਸੋ, ਆਪਣੇ ਸੋਸ਼ਲ ਨੈਟਵਰਕ ਦੇ ਜਾਂ ਆਪਣੇ ਟੀਵੀ ਨੈਟਵਰਕ ਦੇ ਜ਼ਰੀਏ ਜਿਹੜੀ ਸੱਚਾਈ ਆ ਉਹ ਦੁਨੀਆ ਤੱਕ ਪਹੁੰਚਾਓ। ਤੁਸੀਂ ਕਿਸੇ ਤਰੀਕੇ ਨਾਲ, ਉਹ ਕਹਿੰਦੇ, ਸਾਡੀ ਮਦਦ ਕਰੋ, ਪਰ ਚੁੱਪਚਾਪ ਨਾ ਬੈਠੋ। ਉਹ ਕਹਿੰਦੇ ਫੇਰ ਸ਼ਾਂਤੀ ਹੋਊਗੀ। ਯੁੱਧ ਨੇ ਸਾਡੇ ਸਾਰੇ ਸ਼ਹਿਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਗੱਲ ਯੂਕਰੇਨ ਦੇ ਰਾਸ਼ਟਰਪਤੀ ਨੇ ਗ੍ਰੈਮੀ ਅਵਾਰਡ ਦੇ ਵਿੱਚ ਕਹੀ ਆ, ਤੇ ਜਿਹੜੀ ਅੱਜ ਪੂਰੀਆਂ ਅਖਬਾਰਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਆ। ਉਹਨਾਂ ਨੇ ਆਪਣੀ ਆਜ਼ਾਦੀ ਦੀ ਗੱਲ ਕੀਤੀ, ਕਹਿੰਦੇ ਵੀਡੀਓ ਮੈਸੇਜ ਦੇ ਵਿੱਚ, ਕਿ ਅਸੀਂ ਆਪਣੀ ਜਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ, ਅਸੀਂ ਈਨ ਨਹੀਂ ਮੰਨ ਰਹੇ। ਇਸ ਗੱਲ ਨੂੰ ਲੈ ਕੇ ਵੀ ਕਾਫੀ ਅੱਜ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਦੇਖਣ ਵਾਲੀ ਗੱਲ ਆ ਕਿ ਅਸੀਂ ਰੋਜ਼ ਤੁਹਾਡੇ ਨਾਲ ਇਹ ਕਹਿ ਕੇ ਗੱਲਬਾਤ ਕਰਦੇ ਹਾਂ ਕਿ ਅੱਜ 35ਵਾਂ ਦਿਨ ਆ, ਅੱਜ 40ਵਾਂ ਦਿਨ ਆ। ਕਿੱਦਣ ਉਹ ਦਿਨ ਆਊਗਾ ਜਦੋਂ ਅਸੀਂ ਕਹਾਂਗੇ ਕਿ ਰੂਸ ਯੂਕਰੇਨ ਦਾ ਯੁੱਧ ਦਾ ਅੱਜ ਅਖੀਰਲਾ ਦਿਨ ਸੀ। ਗਲੋਬਲ ਆਟੋ ਇੰਡਸਟਰੀ ਇਸ ਵੇਲੇ ਸੰਕਟ ਦੇ ਵਿੱਚ ਆ। ਤੁਸੀਂ ਕਾਰ ਲੈਣ ਜਾਂਦੇ ਹੋ, ਚਾਹੇ ਯੂਜ਼ਡ ਕਾਰ ਲੈਂਦੇ ਹੋ ਚਾਹੇ ਨਵੀਂ ਲੈਂਦੇ ਹੋ, ਜਲਦੀ ਕਾਰ ਮਿਲ ਨਹੀਂ ਰਹੀ। ਜੇ ਮਿਲ ਰਹੀ ਆ ਤਾਂ ਮਹਿੰਗੀ ਮਿਲ ਰਹੀ ਆ। ਨਵੀਆਂ ਕਾਰਾਂ, ਖਾਸ ਕਰ ਇਲੈਕਟ੍ਰਿਕ ਵਹੀਕਲਸ ਦੀ 6-6 ਮਹੀਨੇ ਸਾਲ ਤੱਕ ਵੇਟ ਦੱਸੀ ਜਾ ਰਹੀ ਆ। ਇਸ ਕਰਕੇ ਜਿਹੜੇ ਯੂਜ਼ਡ ਵਹੀਕਲ ਆ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ। ਜਿਹੜੇ ਆਟੋ ਡੀਲਰ ਨੇ ਉਹਨਾਂ ਨੂੰ ਵੀ ਇਹ ਕਾਰਾਂ ਲੈਣ ਦੇ ਲਈ ਦੂਰ ਤੱਕ ਜਾਣਾ ਪੈ ਰਿਹਾ। ਜਿਹੜੇ ਆਪਣੇ ਪ੍ਰੋਵਿੰਸ ਦੇ ਵਿੱਚੋਂ ਜਾਂ ਨੇੜੇ ਤੇੜਿਓਂ ਪਹਿਲਾਂ ਕਾਰਾਂ ਖਰੀਦ ਕੇ ਵੇਚ ਦਿੰਦੇ ਸੀ, ਉਹਨਾਂ ਨੂੰ ਹੁਣ ਇਹ ਸਪਲਾਈ ਪੂਰੀ ਕਰਨ ਦੇ ਲਈ ਦੂਰ ਤੱਕ ਕਾਰਾਂ ਖਰੀਦਣੀਆਂ ਪੈ ਰਹੀਆਂ। ਜਿਹੜਾ ਵਹੀਕਲ ਅੱਜ ਕਿਸੇ ਨੇ ਲੈ ਲਿਆ ਉਹ ਇੱਕ ਤਰੀਕੇ ਦੇ ਨਾਲ ਉਹਦੀ ਮਿੱਥੀ ਕੀਮਤ ਤੋਂ ਵੀ ਮਹਿੰਗਾ ਵਿਕ ਰਿਹਾ। ਜੇਕਰ ਨਵਾਂ ਵਹੀਕਲ ਅੱਜ $40,000 ਦਾ ਬੁੱਕ ਹੋ ਰਿਹਾ, ਤੇ ਜੇ ਕਿਸੇ ਕੋਲ ਉਹ ਮਹੀਨਾ ਚੱਲਿਆ ਪਿਆ ਤਾਂ ਉਹਦੀ ਕੀਮਤ $45,000 ਵੀ ਕੋਈ ਦੇਣ ਨੂੰ ਤਿਆਰ ਆ। ਕਿਉਂਕਿ ਜਿਹੜਾ 40,000 ਦਾ ਬੁੱਕ ਕੀਤਾ ਗਿਆ ਉਹਨੇ ਜਾਂ ਤਾਂ 6 ਮਹੀਨੇ ਸਾਲ ਬਾਅਦ ਮਿਲਣਾ ਆ, ਤੇ ਉਹਦੇ ਨਾਲ ਵੀ ਡਿਸਕਲੇਮਰ ਇਹ ਆ ਵੀ ਗਰੰਟੀ ਕੋਈ ਨਹੀਂ, ਉਦੋਂ ਵੀ ਮਿਲ ਜਾਵੇ, ਉਹ ਤੋਂ ਲੇਟ ਵੀ ਹੋ ਸਕਦਾ। ਇਹ ਅਸਰ ਬਹੁਤ ਸਾਰੇ ਆ, ਚਾਹੇ ਉਹ ਚੀਨ ਦੀ ਸ਼ੰਘਾਈ ਦਾ ਲੋਕਡਾਊਨ ਆ, ਚਾਹੇ ਜਿਹੜਾ ਇਹਦੇ ਤੋਂ ਪਹਿਲਾਂ ਸਾਡਾ ਕੋਵਿਡ-19 ਸੀ, ਪੈਂਡੈਮਿਕ ਸੀ। ਪਰ ਹੁਣ ਜਿਹੜੀ ਇਸ ਇੰਡਸਟਰੀ ਦੇ ਉੱਤੇ ਅਗਲੀ ਮਾਰ ਪੈ ਰਹੀ ਆ ਉਹ ਇਹਦੀ ਰੂਸ ਤੇ ਯੂਕਰੇਨ ਦੇ ਮਾਮਲੇ ਦੀ ਵੀ ਪੈ ਰਹੀ ਆ। ਸਾਰੇ ਪਾਰਟ ਬਣ ਰਹੇ ਆ ਦੁਨੀਆ ਦੇ ਵਿੱਚ, ਟਾਇਰ ਵੀ ਬਣ ਰਹੇ ਆ, ਇਹਨਾਂ ਦੇ ਬਾਕੀ ਬਾਡੀ ਪਾਰਟਸ, ਸੀਟਾਂ, ਸਟੀਅਰਿੰਗ, ਸਾਰਾ ਕੁਝ ਬਣ ਰਿਹਾ। ਪਰ ਇੱਕ ਕੰਪਿਊਟਰ ਚਿਪ ਇਸ ਕਾਰਾਂ ਦੇ ਵਿੱਚ ਪੈਂਦੀ ਆ, ਉਹ ਨਹੀਂ ਬਣ ਰਹੀ। ਤੇ ਜਿੰਨੇ ਸਾਰੇ ਪਾਰਟਸ ਜਿੰਨੇ ਮਰਜ਼ੀ ਬਣ ਜਾਣ, ਜਿੰਨੇ ਮਰਜ਼ੀ ਟਾਇਰ, ਪਹੀਏ ਤੇ ਗੱਡੀਆਂ, ਬਾਡੀਜ਼, ਉਹਦੇ ਇੰਜਣ ਜਿੰਨੇ ਮਰਜ਼ੀ ਬਣ ਜਾਣ, ਜਿੰਨਾ ਚਿਰ ਉਹ ਕੰਪਿਊਟਰ ਚਿਪ ਨਹੀਂ ਪੈਂਦੀ ਉਹਨਾਂ ਚਿਰ ਪੂਰੀ ਕਾਰ ਜਾਂ ਵਹੀਕਲ ਕੰਪਲੀਟ ਨਹੀਂ ਹੁੰਦਾ। ਤੇ ਇਹ ਕਿਉਂਕਿ ਕੰਪਿਊਟਰ ਚਿਪ ਦੀ ਪ੍ਰੋਡਕਸ਼ਨ ਸਲੋ ਹੋ ਗਈ ਆ, ਘਟ ਗਈ ਆ, ਉਹਨੇ ਫਿਰ ਕਾਰਾਂ ਦੀਆਂ ਕੀਮਤਾਂ ਜਿਹੜੀਆਂ ਉੱਤੇ ਕਰ ਦਿੱਤੀਆਂ। ਤੇ ਜਿਹੜੇ ਮਿਲੀਅਨਸ ਲੋਕ ਆ ਉਹ ਇਸ ਗੱਲ ਤੋਂ ਦੁਖੀ ਨੇ। ਰਸ਼ੀਆ ਦੀ ਲੜਾਈ ਦਾ ਫੈਕਟਰ ਵੀ ਇਹਦੇ ਉੱਤੇ ਪਊਗਾ ਤੇ ਇਹ ਸਮੱਸਿਆ ਹੋਰ ਗੰਭੀਰ ਹੋਊਗੀ। ਜਿਹੜਾ ਇਹਦੇ ਵਿੱਚ ਇੱਕ ਬਹੁਤ ਕ੍ਰਿਟੀਕਲ ਇੰਪੋਰਟੈਂਟ ਹੁੰਦੀ ਆ ਇਲੈਕਟ੍ਰਿਕ ਵਾਇਰਿੰਗ,
ਉਹ ਵਾਇਰਿੰਗ ਯੂਕਰੇਨ ਦੇ ਵਿੱਚ ਬਣਦੀ ਆ। ਹੁਣ ਉਹ ਆਊਟ ਆਫ ਰੀਚ ਹੋ ਗਈ ਇੱਕਦਮ ਸਡਨਲੀ। ਸਾਨੂੰ ਇਹ ਯੂਕਰੇਨ ਤੇ ਰੂਸ ਦੀ ਲੜਾਈ ਤੋਂ ਪਹਿਲਾਂ ਦੁਨੀਆ ਨੂੰ ਵੀ ਸ਼ਾਇਦ ਨਹੀਂ ਸੀ ਪਤਾ ਕਿ ਯੂਕਰੇਨ ਕਿੰਨਾ ਮਹੱਤਵਪੂਰਨ ਆ, ਜਾਂ ਉਧਰ ਰਸ਼ੀਆ ਵਾਲੇ ਪਾਸਿਓਂ ਤੇਲ, ਵੀਟ, ਇਹ ਕਿੰਨੀਆਂ ਚੀਜ਼ਾਂ ਜਿਹੜੀਆਂ ਦੁਨੀਆ ਇਹਦੇ ਤੇ ਡਿਪੈਂਡ ਕਰਦੀ ਸੀ। ਹੁਣ ਉਹ ਇੱਕ ਇੱਕ ਕਰਕੇ ਗੱਲਾਂ ਖੁੱਲਣੀਆਂ ਸ਼ੁਰੂ ਹੋਈਆਂ ਕਿ ਆਹ ਚੀਜ਼ ਵੀ ਯੂਕਰੇਨ 'ਚ ਬਣਦੀ ਸੀ, ਆਹ ਚੀਜ਼ ਵੀ ਉੱਥੇ ਬਣਦੀ ਸੀ। ਤੇ ਹੁਣ ਜਿਹੜੀ ਇਲੈਕਟ੍ਰਿਕ ਵਾਇਰਿੰਗ ਆ ਉਹਦੀ ਕਾਰ ਦੀ, ਉਹ ਪਤਾ ਲੱਗਿਆ ਕਿ ਯੂਕਰੇਨ ਦੇ ਵਿੱਚੋਂ ਬਹੁਤੀ ਆਉਂਦੀ ਹੈ, ਤੇ ਉਹ ਇੱਕਦਮ ਬੰਦ ਹੋ ਗਈ ਆ। ਉਹਦੇ ਨਾਲ ਹੁਣ ਮੰਗ ਜ਼ਿਆਦਾ ਵੱਧ ਗਈ ਆ ਜਿਹੜੇ ਮਟੀਰੀਅਲਸ ਆ ਉਹਦੀ, ਸਾਰੇ ਕੁਛ ਦੀ, ਤੇ ਉਹਨੇ ਹੁਣ ਨਵਾਂ ਜਿਹੜਾ ਇੱਕ ਸੰਕਟ ਪੈਦਾ ਕਰ ਦਿੱਤਾ ਤੇ ਕੀਮਤਾਂ ਇਹਦੀਆਂ ਕਾਫੀ ਜ਼ਿਆਦਾ ਵੱਧ ਰਹੀਆਂ। ਤੇ ਅਗਲੇ ਸਾਲ ਦੱਸ ਰਿਹਾ ਹੈ ਕਿ ਕਾਰਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਇਸ ਵਾਰ ਨੇ, ਇਸ ਲੜਾਈ ਨੇ ਆਟੋ ਇੰਡਸਟਰੀ ਦਾ ਬਹੁਤ ਵੱਡਾ ਡੈਮੇਜ ਕੀਤਾ। ਸਭ ਤੋਂ ਪਹਿਲਾਂ ਜਿਹੜਾ ਯੂਰਪ ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ। ਹੁਣ ਜਿਹੜੀ US ਦੇ ਵਿੱਚ ਪ੍ਰੋਡਕਸ਼ਨ ਹੁੰਦੀ ਆ ਉਹਦੇ ਉੱਤੇ ਵੀ ਇਹਦਾ ਹੌਲੀ ਹੌਲੀ ਕਹਿੰਦੇ ਅਸਰ ਪਊਗਾ। ਪਰ ਜਿਹੜੇ ਰਸ਼ੀਅਨ ਜਿਹੜੇ ਐਕਸਪੋਰਟਸ ਆ ਇਹਦੇ ਮੈਟਲ ਦੇ, ਜਿਹੜੀ ਪੈਲੇਡੀਅਮ ਮੈਟਲ ਆ, ਜਿਹੜੀ ਕੈਟਾਲਿਟਿਕ ਕਨਵਰਟਰ ਨਿਕਲ ਦੀ ਪੈਂਦੀ ਆ ਇਲੈਕਟ੍ਰਿਕ ਵਹੀਕਲ ਬੈਟਰੀਜ਼ ਦੇ ਵਿੱਚ, ਉਹ ਕੱਟ ਆਫ ਆ। ਇਸੇ ਕਰਕੇ, ਕਿਉਂਕਿ ਇਹ ਜਿਹੜੀ ਪੈਲੇਡੀਅਮ ਇੱਕ ਮੈਟਲ ਆ ਜਿਹੜੀ ਕੈਟਾਲਿਟਿਕ ਕਨਵਰਟਰ ਦੇ ਵਿੱਚ ਪੈਂਦੀ ਆ, ਕਾਰਾਂ ਦੇ ਐਗਜ਼ੌਸਟ ਦੇ ਵਿੱਚ ਇਹ ਚੀਜ਼ ਲੱਗਦੀ ਆ। ਇਹਦੀਆਂ ਚੋਰੀਆਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਧ ਗਈਆਂ। ਘਰਾਂ ਦੇ ਬਾਹਰ ਕਾਰ ਖੜੀ ਆ, ਉਹ ਚੋਰ ਆਉਂਦੇ ਆ, ਥੱਲੇ ਉਹਦੇ ਵਿੱਚੋਂ ਕੱਢ ਕੇ ਤੇ ਉਹ ਕਨਵਰਟਰ ਲੈ ਜਾਂਦੇ, ਜਿਹੜਾ ਕਿ $1000 ਦਾ ਵੀ ਵਿਕ ਜਾਂਦਾ ਬਾਹਰ। ਉਹਦੀ ਪੈਲੇਡੀਅਮ ਮੈਟਲ ਆ ਉਹਦੇ ਵਿੱਚ ਜਿਹੜੀ ਮਾਰਕੀਟ ਦੇ ਵਿੱਚ ਵਿਕਦੀ ਆ। ਉਹਦੇ ਕਰਕੇ ਹੁਣ ਹੋਰ ਸੰਕਟ ਆ ਰਿਹਾ, ਜਿਹਦਾ ਸਿੱਧਾ ਸੰਬੰਧ ਰਸ਼ੀਆ ਯੂਕਰੇਨ ਯੁੱਧ ਦੇ ਨਾਲ ਲੱਗ ਰਿਹਾ ਹੈ। ਤੇ ਬਾਹਰ ਇਹ ਕਹਿ ਰਹੇ ਆ ਕਿ ਅਸੀਂ ਪੂਰੀ ਕਾਰ ਉਹਨਾਂ ਚਿਰ ਬਣਾ ਹੀ ਨਹੀਂ ਸਕਦੇ ਜਿੰਨਾ ਚਿਰ ਉਹਦੇ ਸਾਰੇ ਪਾਰਟਸ ਸਾਡੇ ਕੋਲ ਨਹੀਂ ਬਣ ਜਾਂਦੇ। ਜਿਹੜਾ ਰੇਟ ਡਿਟਰਮਿਨਿੰਗ ਫੈਕਟਰ ਆ, ਜਿਹੜਾ ਲਿਮਿਟਿੰਗ ਫੈਕਟਰ ਆ, ਉਹ ਆ ਜਿਹੜੇ ਪਾਰਟ ਸਲੋ ਬਣ ਰਿਹਾ। ਜਿੰਨੀਆਂ ਕੰਪਿਊਟਰ ਚਿਪ ਬਣਨਗੀਆਂ ਉਨੀਆਂ ਹੀ ਪੂਰੀਆਂ ਕਾਰਾਂ ਕੰਪਲੀਟ ਬਣ ਕੇ ਸਾਹਮਣੇ ਆਉਣਗੀਆਂ, ਬਾਕੀ ਪਾਰਟ ਜਿੰਨੇ ਮਰਜ਼ੀ ਬਣੀ ਜਾਣ। ਤੇ ਇਲੈਕਟ੍ਰਿਕ ਵਾਇਰਿੰਗ ਦੀ ਸਮੱਸਿਆ ਹੁਣ ਅਗਲੀ ਸਮੱਸਿਆ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਆ। ਪੈਂਡੈਮਿਕ ਤੋਂ ਹੀ 2 ਸਾਲ ਪਹਿਲਾਂ ਹੀ ਇਹ ਸਮੱਸਿਆ ਆਉਣੀ ਸ਼ੁਰੂ ਹੋ ਗਈ ਸੀ ਕਿ ਮਾਰਕੀਟ ਦੇ ਵਿੱਚ ਉਨੇ ਵਹੀਕਲ ਉਪਲਬਧ ਨਹੀਂ ਆ, ਸਪਲਾਈ ਤੇ ਡਿਮਾਂਡ ਦੋਵੇਂ ਮਿਸਮੈਚ ਕਰਦੇ ਸੀ। ਦੂਜੇ ਪਾਸੇ ਮਹਿੰਗਾਈ ਵਧਣ ਲੱਗ ਪਈ। ਅਮਰੀਕਾ ਦੇ ਵਿੱਚ ਇੱਕ ਵਹੀਕਲ ਦਾ ਐਵਰੇਜ ਪ੍ਰਾਈਸ 13% ਤੱਕ ਪਿਛਲੇ ਸਾਲ ਦੇ ਵਿੱਚ ਅਪ ਹੋ ਗਿਆ, ਜਿਹੜਾ ਕਿ 45,596 ਤੱਕ ਚਲੇ ਗਿਆ। ਜਿਹੜਾ edmunds.com ਦੇ ਅਨੁਸਾਰ ਜਿਹੜਾ ਯੂਜ਼ਡ ਕਾਰਾਂ ਆ ਉਹਨਾਂ ਦੀਆਂ ਕੀਮਤਾਂ 29% ਤੱਕ ਚਲੀਆਂ ਗਈਆਂ। 29% ਤੱਕ ਯੂਜ਼ਡ ਕਾਰਾਂ ਦੀ ਕੀਮਤ ਉੱਤੇ ਚਲੇ ਗਈ ਆ ਇਸ ਸਮੇਂ ਦੇ ਵਿੱਚ। ਤੇ ਹੁਣ ਇਸ ਸਾਰੇ ਕੁਛ ਦੇ ਲੱਗਦਿਆਂ ਹੋਰ ਜ਼ਿਆਦਾ ਜਿਹੜੀ ਸਮੱਸਿਆ ਆ ਸਕਦੀ ਹੈ। ਇਹ ਸਾਰੇ ਕੁਛ ਜਦੋਂ ਇਹ ਵਾਰ ਲੱਗੀ ਨਹੀਂ ਸੀ, ਉਹ ਤੋਂ ਪਹਿਲਾਂ S&P ਗਲੋਬਲ ਮੋਬਿਲਿਟੀ ਨੇ ਪ੍ਰੈਡਿਕਟ ਕੀਤਾ ਸੀ ਕਿ ਗਲੋਬਲ ਆਟੋ ਮੇਕਰਸ ਜਿਹੜੇ ਹੈਗੇ ਆ ਉਹ 84 ਮਿਲੀਅਨ ਵਹੀਕਲ ਇਸ ਸਾਲ ਦੇ ਵਿੱਚ ਬਣਾ ਲੈਣਗੇ ਤੇ 91 ਮਿਲੀਅਨ ਉਹ ਤੋਂ ਅਗਲੇ ਸਾਲ ਬਣਾ ਲੈਣਗੇ। ਜੇ ਇਹਨੂੰ ਕੰਪੈਰੀਜ਼ਨ ਕੀਤਾ ਜਾਂਦਾ ਸੀ 2018 ਦੇ ਨਾਲ, ਜਦੋਂ ਇਹਨਾਂ ਨੇ 94 ਮਿਲੀਅਨ ਵਹੀਕਲ ਬਣਾਏ ਸੀਗੇ। ਹੁਣ ਉਹ ਜਿਹੜੀ ਫੋਰਕਾਸਟਿੰਗ ਜਿਹੜੀ ਆ ਉਹ 82 ਮਿਲੀਅਨ 22 ਦੇ ਵਿੱਚ ਤੇ 88 ਮਿਲੀਅਨ ਅਗਲੇ ਸਾਲ 2023 ਦੇ ਵਿੱਚ ਕਰ ਰਹੇ ਆ। ਸੋ ਜਿਹੜਾ ਪਹਿਲਾਂ ਜਿੰਨੇ ਵਹੀਕਲ ਕਿਹਾ ਸੀ ਕਿ 23 ਦੇ ਵਿੱਚ 91 ਮਿਲੀਅਨ ਵਹੀਕਲ ਬਣ ਜਾਣਗੇ, ਉਹ ਹੁਣ ਕਹਿੰਦੇ ਵੀ 91 ਨਹੀਂ ਬਣਨੇ, 84 ਮਿਲੀਅਨ ਹੀ ਬਣਨੇ ਆ ਤੇ 88 ਮਿਲੀਅਨ ਹੀ ਬਣਨੇ ਆ। ਉਹ ਜਿਹੜਾ ਹੁਣ ਐਡਾ ਵੱਡਾ ਫਰਕ ਆ ਕਿ ਲੋਕ ਕਾਰਾਂ ਦੇ ਲਈ ਲਾਈਨ ਦੇ ਵਿੱਚ ਲੱਗੇ ਆ ਪਰ ਕਾਰ ਨਹੀਂ ਮਿਲ ਰਹੀ, ਉਹਨੇ ਕੀਮਤਾਂ ਹੋਰ ਇਹਦੀਆਂ ਉੱਤੇ ਚੱਕ ਦੇਣੀਆਂ ਆ। ਇਸ ਇੰਡਸਟਰੀ ਦਾ ਇੱਕ ਬਹੁਤ ਵੱਡਾ ਨੁਕਸਾਨ ਰਸ਼ੀਆ ਯੂਕਰੇਨ ਯੁੱਧ ਇਹਦਾ ਇੰਡਸਟਰੀ ਦਾ ਪੈਂਡੈਮਿਕ ਤੋਂ ਬਾਅਦ ਵੱਡਾ ਨੁਕਸਾਨ ਕਰ ਰਿਹਾ। ਜਦੋਂ ਕੋਵਿਡ-19 ਦੀ ਵੈਕਸੀਨ ਆਈ ਆ, ਉਸ ਵੈਕਸੀਨ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਸੀ ਕਿ ਵੈਕਸੀਨ ਕਾਰਡ ਤੁਹਾਡੇ ਕੋਲ ਚਾਹੀਦਾ ਆ, ਤਾਂ ਉਹਦੇ ਨਾਲ ਤੁਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਾ ਸਕਦੇ ਸੀ। ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਵਾਈ ਉਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਜਾਣ ਦੀ ਇਜਾਜ਼ਤ ਨਹੀਂ ਸੀ, ਜਿੱਦਾਂ ਜਿਮ, ਤੁਸੀਂ ਫਲਾਈ ਕਰਨਾ ਕਿਤੇ ਨੂੰ, ਰੈਸਟੋਰੈਂਟ, ਬਾਰ, ਉਹਨਾਂ ਥਾਵਾਂ ਦੇ ਉੱਤੇ। ਬਹੁਤ ਸਾਰੇ ਲੋਕ ਵੈਕਸੀਨ ਨਹੀਂ ਲਵਾਉਣਾ ਚਾਹੁੰਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਜਾਂ ਤਾਂ ਕੋਈ ਡਰ ਸੀ ਜਾਂ ਵੈਕਸੀਨ ਦੇ ਵਿਰੋਧ ਵਿੱਚ ਸੀ, ਪਰ ਉਹ ਵੈਕਸੀਨ ਲੱਗੇ ਲੋਕਾਂ ਵਾਲੀਆਂ ਸਹੂਲਤਾਂ ਮੰਨਣੀਆਂ ਚਾਹੁੰਦੇ ਸੀ। ਇਸ ਕਰਕੇ ਨਕਲੀ ਵੈਕਸੀਨ ਸਰਟੀਫਿਕੇਟ ਦਾ ਧੰਦਾ ਸਾਹਮਣੇ ਆਇਆ, ਨਕਲੀ ਵੈਕਸੀਨ ਕਾਰਡ ਬਣਨੇ ਸ਼ੁਰੂ ਹੋਏ। ਬਾਅਦ ਵਿੱਚ ਕੈਨੇਡਾ, ਅਮਰੀਕਾ ਦੀਆਂ ਵੱਖ-ਵੱਖ ਥਾਵਾਂ ਦੇ ਵਿੱਚ ਫੜੇ ਵੀ ਗਏ। ਆਨਲਾਈਨ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਉਪਲਬਧ ਸੀ ਜਿਹੜੇ $10-20 ਜਾਂ ਕੁਛ ਜ਼ਿਆਦਾ ਡਾਲਰ ਲੈ ਕੇ ਇਹ ਚੀਜ਼ਾਂ ਵੇਚ ਰਹੇ ਸੀ। ਕਈ ਥਾਵਾਂ ਦੇ ਉੱਤੇ ਚੱਲ ਵੀ ਜਾਂਦੇ ਸੀ, ਕਈ ਥਾਵਾਂ ਦੇ ਉੱਤੇ ਫੜੇ ਵੀ ਜਾਂਦੇ ਸੀ। ਨਕਲੀ ਹੋਣ ਦਾ ਪ੍ਰਮਾਣ ਕਿੱਥੋਂ ਪਤਾ ਲੱਗਦਾ ਸੀ ਕਿ ਜਿਹੜਾ ਬੈਚ ਨੰਬਰ ਵੈਕਸੀਨ ਦਾ ਦਿੱਤਾ ਜਾਂਦਾ ਸੀ ਜਾਂ ਕੋਈ ਇੱਕ ਪਾਰਟੀਕੂਲਰ ਨੰਬਰ ਦਿੱਤਾ ਜਾਂਦਾ ਸੀ, ਉੱਥੋਂ ਉਹ ਫੜੇ ਜਾਂਦੇ ਸੀ ਜਿਹੜਾ ਕਿ ਨਕਲੀ ਹੁੰਦਾ ਸੀ। ਖਬਰ ਇਹ ਆਈ ਆ, ਖਬਰ ਜਰਮਨ ਤੋਂ ਆਈ ਹੈ ਕਿ 60 ਸਾਲਾ ਵਿਅਕਤੀ, ਉਹਦਾ ਨਾਂ ਨਹੀਂ ਦੱਸਿਆ ਗਿਆ, ਇਹ ਨਕਲੀ ਵੈਕਸੀਨ ਪਾਸਪੋਰਟ, ਨਕਲੀ ਵੈਕਸੀਨ ਸਰਟੀਫਿਕੇਟ ਲੋਕਾਂ ਨੂੰ ਦਿੰਦਾ ਸੀ, ਪਰ ਅਸਲੀ ਬਣਾ ਕੇ ਇਸ ਤਰੀਕੇ ਨਾਲ ਕਿ ਇਹਨੇ ਕਿਸੇ ਦੇ ਨਾਂ ਦੇ ਉੱਤੇ ਆਪਣੀ 90 ਵਾਰੀ ਵੈਕਸੀਨ ਲਵਾ ਲਈ। 90 ਸ਼ਾਟਸ ਕੋਵਿਡ-19 ਵੈਕਸੀਨ ਦੇ
ਜਰਮਨ ਦੇ ਵਿੱਚ ਰਹਿੰਦੇ ਇਸ ਵਿਅਕਤੀ ਨੇ ਆਪਣੇ ਲਵਾ ਲਏ। ਕਾਰਨ ਉਹਦਾ ਇਹ ਕਿ ਉਹ ਜਦੋਂ ਵੀ ਵੈਕਸੀਨ ਲਵਾਉਂਦਾ ਸੀ ਫਿਰ ਉਹਦਾ ਅਸਲੀ ਉਹਨੂੰ ਜਿਹੜਾ ਨੰਬਰ ਦਿੰਦੇ ਸੀ ਤੇ ਅਸਲੀ ਬੈਚ ਨੰਬਰ ਹੁੰਦਾ ਸੀ, ਤੇ ਜਿਹਦੇ ਆਧਾਰ ਦੇ ਉੱਤੇ ਉਹ ਕਿਸੇ ਹੋਰ ਦਾ ਨਾਮ ਭਰ ਕੇ ਇੱਕ ਸਰਟੀਫਿਕੇਟ ਬਣਾ ਦਿੰਦਾ ਸੀ, ਜਿਹੜਾ ਕਦੇ ਵੀ ਫੜਿਆ ਨਹੀਂ ਸੀ ਜਾਂਦਾ, ਕਿਉਂਕਿ ਜਿਹੜਾ ਲੱਗਿਆ ਸੀ ਉਹ ਅਸਲੀ ਟੀਕਾ ਲਵਾਇਆ ਗਿਆ। ਤੇ ਇਹ ਨਕਲੀ ਸਰਟੀਫਿਕੇਟ ਨੂੰ ਅਸਲੀ ਬਣਾ ਕੇ ਦੇਣ ਦੇ ਚੱਕਰ ਵਿੱਚ 90 ਵਾਰੀ ਇਸ ਵਿਅਕਤੀ ਨੇ ਆਪਣੇ ਵੈਕਸੀਨ ਲਵਾ ਲਈ ਹੈ। ਈਸਟਰਨ ਜਰਮਨੀ ਦਾ ਇੱਕ ਸ਼ਹਿਰ ਆ ਮੈਗਡਬਰਗ, ਉੱਥੇ ਦਾ ਇਹ ਰਹਿਣ ਵਾਲਾ ਦੱਸਿਆ ਜਾ ਰਿਹਾ। ਇਹਦਾ ਨਾਂ ਕੁਛ ਜਿਹੜੇ ਜਰਮਨੀ ਦੇ ਪ੍ਰਾਈਵੇਸੀ ਰੂਲ ਆ ਉਹਦੇ ਕਰਕੇ ਰਿਲੀਜ਼ ਨਹੀਂ ਕੀਤਾ ਗਿਆ, ਪਰ ਇਹ ਪਤਾ ਲੱਗਿਆ ਕਿ ਇੱਕ ਵੈਕਸੀਨ ਸੈਂਟਰ ਦੇ ਵਿੱਚ ਜਾ ਕੇ ਜਦੋਂ ਦੂਜੀ ਵਾਰੀ ਲਾਈਨ ਦੇ ਵਿੱਚ ਲੱਗ ਕੇ ਵੈਕਸੀਨ ਲਵਾ ਰਿਹਾ ਸੀ ਤਾਂ ਫੜਿਆ ਗਿਆ। ਉਹਦੇ ਤੋਂ ਬਾਅਦ ਪੁਲਿਸ ਨੇ ਜਿਹੜੇ ਇਹਦੇ 'ਤੇ ਕ੍ਰਿਮੀਨਲ ਚਾਰਜਸ ਲਾਏ ਆ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਜਿਹਨੂੰ ਡਿਟੇਨ ਕੀਤਾ ਗਿਆ, ਇਨਵੈਸਟੀਗੇਸ਼ਨ ਚੱਲ ਰਹੀ ਆ, ਇਹਦੇ ਉੱਤੇ ਚਾਰਜ ਲੱਗਿਆ ਕਿ ਨੇ ਅਨਆਥੋਰਾਈਜ਼ ਤਰੀਕੇ ਦੇ ਨਾਲ ਲੋਕਾਂ ਨੂੰ ਨਕਲੀ ਸਰਟੀਫਿਕੇਟ ਦਿੱਤੇ ਆ। ਵੈਕਸੀਨੇਸ਼ਨ ਸੈਂਟਰ ਦੇ ਉੱਤੇ ਜਦੋਂ ਫੜਿਆ ਉਹਦੇ ਤੋਂ ਬਾਅਦ ਬਲੈਂਕ ਵੈਕਸੀਨੇਸ਼ਨ ਕਾਰਡਸ ਇਹਦੇ ਕੋਲੋਂ ਫੜੇ ਆ। ਹਜੇ ਤੱਕ ਇਹ ਗੱਲਬਾਤ ਕਲੀਅਰ ਨਹੀਂ ਹੋਈ ਕਿ 90 ਵਾਰੀ ਵੈਕਸੀਨ ਲਵਾਉਣ ਤੋਂ ਬਾਅਦ ਇਹਦੀ ਸਿਹਤ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ, ਇਹਦੀ ਜਿਹੜੀ ਪਰਸਨਲ ਹੈਲਥ ਆ ਉਹ ਕਿੱਦਾਂ ਦੀ ਆ। ਜਰਮਨ ਪੁਲਿਸ ਨੇ ਜਿਹੜੀ ਰੇਡ ਕੰਡਕਟ ਕੀਤੀ ਐਸੇ ਕਨੈਕਸ਼ਨ ਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਦੇ ਮਾਮਲੇ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਸਾਰੇ ਕੋਵਿਡ-19 ਜਿਹੜੇ ਵੈਕਸੀਨ ਨਹੀਂ ਲਵਾਉਣੇ ਚਾਹੁੰਦੇ ਸੀ, ਵੈਕਸੀਨ ਨਹੀਂ ਲਵਾਉਣੇ ਚਾਹੁੰਦੇ ਸੀ ਜਰਮਨੀ ਦੇ ਵਿੱਚ, ਤੇ ਪਰ ਉਹਨਾਂ ਨੇ ਕੋਵਿਡ-19 ਪਾਸਪੋਰਟ ਉਹਨਾਂ ਦੇ ਕੋਲ ਸੀਗਾ ਤਾਂ ਕਿ ਪਬਲਿਕ ਲਾਈਫ 'ਤੇ ਜਾਂ ਜਿਹੜੇ ਵੈਨਿਊਸ ਹੈਗੇ ਆ, ਰੈਸਟੋਰੈਂਟਸ ਨੇ, ਥੀਏਟਰ, ਸਵਿਮਿੰਗ ਪੂਲ ਜਾਂ ਵਰਕ ਪਲੇਸਿਸ ਦੇ ਉੱਤੇ ਜਾ ਕੇ ਆਰਾਮ ਨਾਲ ਜਾ ਸਕਣ। ਜਰਮਨੀ ਨੇ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਦੇਖੀ ਹੈ ਪਿਛਲੇ ਸਮੇਂ ਦੇ ਵਿੱਚ। ਤੁਹਾਨੂੰ ਯਾਦ ਹੋਊਗਾ ਬਹੁਤ ਸਾਰੇ ਮੈਜਰਸ ਉੱਥੇ ਅਜੇ ਵੀ ਹੈਗੇ ਆ ਪੈਂਡੈਮਿਕ ਦੇ ਵਿੱਚ, ਭਾਵੇਂ ਕਿ ਫਰਾਈਡੇ ਨੂੰ ਇਹ ਸਾਰਾ ਕੁਝ ਖਤਮ ਹੋਇਆ ਹੈ, ਜਿੱਥੇ ਮਾਸਕ ਜਿਹੜਾ ਕੰਪਲਸਰੀ ਨਹੀਂ ਰਿਹਾ ਗਰੋਸਰੀ ਸਟੋਰ ਦੇ ਉੱਤੇ, ਬਹੁਤ ਸਾਰੇ ਥੀਏਟਰ ਦੇ ਉੱਤੇ, ਪਰ ਫਿਰ ਵੀ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਮਾਸਕ ਅਜੇ ਵੀ ਮੈਂਡੇਟਰੀ ਹੈ। ਬਹੁਤ ਸਾਰੇ ਸਕੂਲ ਜਰਮਨੀ ਦੇ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਮਾਸਕ ਜਿਹੜਾ ਉਹਨਾਂ ਨੂੰ ਛੋਟ ਦੇ ਦਿੱਤੀ ਗਈ ਹੈ, ਜਿਹਦੇ ਨਾਲ ਟੀਚਰ ਐਸੋਸੀਏਸ਼ਨ ਇਸ ਮਾਮਲੇ ਦੇ ਵਿੱਚ ਇੱਕ ਕਨਫਲਿਕਟ ਉਹਨਾਂ ਦੇ ਵਿੱਚ ਪੈਦਾ ਹੋਇਆ ਹੈ। ਖਤਰਾ ਉੱਥੇ ਪੈਦਾ ਹੋਇਆ ਕਿ ਜਦੋਂ ਬੱਚੇ ਮਾਸਕ ਨਹੀਂ ਪਾ ਕੇ ਆਉਣਗੇ ਤਾਂ ਉਹ ਕਹਿੰਦੇ ਆ ਵੀ ਇੱਥੇ ਦੁਬਾਰਾ ਫੇਰ ਕੋਵਿਡ ਫੈਲ ਸਕਦਾ ਹੈ। ਇਹ ਸਾਰੇ ਕੁਛ ਦੇ ਵਿੱਚ ਵੈਕਸੀਨ ਪਾਸਪੋਰਟ ਉੱਥੇ ਅਜੇ ਵੀ ਜ਼ਰੂਰੀ ਆ, ਜਿਹਦਾ ਹੁਣ ਇਹ ਵਿਅਕਤੀ ਜਿਹੜਾ ਫਾਇਦਾ ਚੁੱਕ ਰਿਹਾ ਸੀ ਤੇ ਲੋਕਾਂ ਨੂੰ ਨਕਲੀ ਸਰਟੀਫਿਕੇਟ ਜਿਹੜੇ ਆ ਉਹ ਅਸਲੀ ਬਣਾ ਕੇ ਦੇ ਰਿਹਾ ਸੀ। ਜਰਮਨ ਦੇ ਵਿੱਚ ਕੋਵਿਡ-19 ਨਾਲ 1,30,000 ਤੋਂ ਜ਼ਿਆਦਾ ਮੌਤਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ, ਪਰ ਇਸ ਵਿਅਕਤੀ ਦਾ 90 ਵਾਰੀ ਆਪਣੇ ਵੈਕਸੀਨ ਲਵਾਉਣਾ ਬਹੁਤ ਸਾਰੇ ਸਵਾਲ ਪੈਦਾ ਕਰਦਾ। ਇੱਕ ਖਬਰ ਹੋਰ ਸਾਡਾ ਧਿਆਨ ਮੰਗ ਰਹੀ ਹੈ, ਜਿਹਦੇ ਬਾਰੇ ਅੱਜ ਕਾਫੀ ਚਰਚਾ ਵੀ ਹੋਈ ਆ। ਦੁਨੀਆ ਦੇ ਵਿੱਚ 에ਅਰ ਕੁਆਲਿਟੀ ਕੀ ਆ? ਇੱਕ ਵਿਗਿਆਨੀ ਡਾਕਟਰ ਇੱਕ ਪੈਰਾਮੀਟਰ ਤੈਅ ਕਰਦੇ ਆ 에ਅਰ ਕੁਆਲਿਟੀ ਦੇ, ਕਿ ਵਾਤਾਵਰਨ ਦੇ ਵਿੱਚ, ਹਵਾ ਦੇ ਵਿੱਚ ਆ ਜਿਹੜੇ ਪਾਰਟੀਕਲਸ ਇੰਨੇ ਹੋਣੇ ਚਾਹੀਦੇ ਆ, ਇਸ ਤੱਤ ਦੀ ਮਾਤਰਾ ਇੰਨੀ ਹੋਣੀ ਚਾਹੀਦੀ ਆ। ਜੇ ਇਹ ਵੱਧ ਜਾਂਦੇ ਜਾਂ ਕਿਸੇ ਗੈਸ ਦੀ ਮਾਤਰਾ ਵੱਧ ਜਾਂਦੀ ਆ, ਉਹਨੂੰ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ, ਕਿ ਇਹਦੀ 에ਅਰ ਕੁਆਲਿਟੀ ਠੀਕ ਨਹੀਂ ਹੈ। ਇਸੇ ਤਰ੍ਹਾਂ ਜਿਹੜੇ 에ਅਰ ਪੋਲਿਊਸ਼ਨ ਇੰਡੈਕਸ ਬਣਦੇ ਆ ਕਿ ਉਹ ਦੱਸਦੇ ਆ ਕਿ ਕਿੰਨਾ 에ਅਰ ਪੋਲਿਊਸ਼ਨ ਵੱਧਦਾ ਘੱਟ ਆ। 에ਅਰ ਕੁਆਲਿਟੀ ਤੁਹਾਡੇ ਫੋਨਾਂ ਦੇ ਉੱਤੇ ਹੁਣ ਉਹਦੀ ਇੰਡੀਕੇਸ਼ਨ ਵੀ ਆਉਂਦੀ ਆ। ਇਸ ਮਾਮਲੇ ਦੇ ਵਿੱਚ UN ਹੈਲਥ ਏਜੰਸੀ ਨੇ ਇਹ ਕਿਹਾ ਆ ਕਿ ਲਗਭਗ ਦੁਨੀਆ ਦੇ ਵਿੱਚ ਜਿਹੜਾ ਵਿਅਕਤੀ ਜਿੱਥੇ ਵੀ ਰਹਿ ਰਿਹਾ ਆ ਉਹ 에ਅਰ ਕੁਆਲਿਟੀ ਦੀਆਂ ਉਹਨਾਂ ਮਿਨੀਮਮ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰ ਰਿਹਾ। ਮਤਲਬ ਦੂਜਾ ਇਹਦਾ ਕੀ ਆ ਕਿ ਦੁਨੀਆ ਦੇ ਵਿੱਚ ਲਗਭਗ ਹਰੇਕ ਵਿਅਕਤੀ ਉਹ ਹੀ ਮਾੜੀ ਹਵਾ ਦੇ ਵਿੱਚ ਸਾਹ ਲੈ ਰਿਹਾ। ਹੋ ਸਕਦਾ ਕੁਛ ਜ਼ਿਆਦਾ ਮਾੜੀ ਹਵਾ ਦੇ ਵਿੱਚ ਸਾਹ ਲੈ ਰਹੇ ਆ ਤੇ ਕੁਛ ਜਿਹੜੇ ਆ ਉਹ ਘੱਟ ਮਾੜੀ ਹਵਾ ਦੇ ਵਿੱਚ ਸਾਹ ਲੈ ਰਹੇ ਆ, ਪਰ ਮੁੱਖ ਕਾਰਨ ਇਹਨਾਂ ਦਾ ਮਾੜੀ ਹਵਾ ਦੇ ਵਿੱਚ ਪੋਲਿਊਸ਼ਨ ਕਾਰਨ ਸਾਹ ਲੈਣਾ ਆ। ਔਰ ਉਹ ਕਹਿੰਦੇ ਬਹੁਤ ਜ਼ਿਆਦਾ ਪੋਲਿਊਸ਼ਨ ਇਸ ਵੇਲੇ ਪੈਦਾ ਹੋ ਰਿਹਾ, ਖਾਸ ਕਰ ਫੋਸਲ ਫਿਊਲ ਤੋਂ, ਜਿਹੜਾ ਡੀਜ਼ਲ, ਪੈਟਰੋਲ ਜਾਂ ਹੋਰ ਗੈਸ ਜਿਹੜੀ ਅਸੀਂ ਕਰ ਰਹੇ ਹਾਂ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਆ ਰਹੀਆਂ, ਬਲੱਡ ਫਲੋ ਦੀਆਂ ਪ੍ਰੋਬਲਮਸ ਆ ਰਹੀਆਂ, ਤੇ ਮਿਲੀਅਨ ਜਿਹੜੀਆਂ ਪ੍ਰੀਵੈਂਟੇਬਲ ਡੈਥਸ ਨੇ ਉਹ ਮੌਤਾਂ ਹੋ ਰਹੀਆਂ ਜਿਹੜੀਆਂ ਰੋਕੀਆਂ ਜਾ ਸਕਦੀਆਂ ਸੀ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 6 ਮਹੀਨੇ ਪਹਿਲਾਂ ਇੱਕ ਗਾਈਡਲਾਈਨਸ ਟਾਈਟ ਕੀਤੀਆਂ ਸੀ 에ਅਰ ਕੁਆਲਿਟੀ ਦੇ ਉੱਤੇ। ਸੋਮਵਾਰ ਉਹਨਾਂ ਨੇ ਅਪਡੇਟ ਇਸ਼ੂ ਕੀਤੀ ਆ ਕਿ 에ਅਰ ਕੁਆਲਿਟੀ ਇਨਫੋਰਮੇਸ਼ਨ ਦਿੱਤੀ ਗਈ ਆ, ਜਿਹਦੇ ਵਿੱਚ ਦੱਸਿਆ ਗਿਆ ਕਿ ਦੁਨੀਆ ਦੇ ਵਿੱਚ ਮੈਜੋਰਿਟੀ ਲੋਕ ਜਿਹੜੇ ਰਹਿ ਰਹੇ ਆ ਉਹ ਇਸ ਮਾੜੀ ਹਵਾ ਦੇ ਵਿੱਚ ਸਾਹ ਰਹਿ ਰਹੇ ਆ। 99% ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਕਹਿਣ ਅਨੁਸਾਰ ਗਲੋਬਲ ਪਾਪੂਲੇਸ਼ਨ ਮਾੜੀ ਹਵਾ ਦੇ ਵਿੱਚ ਸਾਹ ਲੈ ਰਹੀ ਆ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਦੇਸ਼ ਦੇ ਵਿੱਚ ਆ। ਕਿਸੇ ਦੇਸ਼ ਦੇ ਵਿੱਚ ਥੋੜ੍ਹੀ ਜਿਹੀ ਮਾੜੀ ਹਵਾ ਹੋ ਸਕਦੀ ਹੈ, ਕਿਸੇ ਦੇਸ਼ ਦੇ ਵਿੱਚ ਜ਼ਿਆਦਾ ਮਾੜੀ ਹਵਾ ਹੋ ਰਹੀ ਹੈ। ਇਹ ਅੰਕੜੇ ਬਹੁਤ ਹੈਰਾਨੀਜਨਕ ਨੇ। 99% ਲੋਕ ਦੁਨੀਆ ਵਿੱਚ ਰਹਿਣ ਵਾਲੇ ਮਾੜੀ ਹਵਾ ਦੇ ਵਿੱਚ ਸਾਹ ਲੈ ਰਹੇ ਆ। 에ਅਰ ਕੁਆਲਿਟੀ ਉੱਥੇ ਦੀ
ਠੀਕ ਨਹੀਂ ਹੈ। ਪਾਰਟੀਕੂਲੇਟ ਮੈਟਰ ਕਹਿੰਦੇ ਬਹੁਤ ਆ ਹਵਾ ਦੇ ਵਿੱਚ, ਜਿਹਦਾ ਅਲਰਜੀਆਂ ਕਾਰਨ ਬਣ ਰਹੀਆਂ, ਉਹਦੇ ਤੋਂ ਬਾਅਦ ਜਾ ਕੇ ਜਿਹੜਾ ਉਹਦੇ ਤੋਂ ਬਾਅਦ ਫਿਰ ਉਹਦੇ ਹੋਰ ਸਮੱਸਿਆਵਾਂ ਆ ਰਹੀਆਂ, ਜਿਹੜੀਆਂ 7 ਮਿਲੀਅਨ ਪ੍ਰੀਵੈਂਟੇਬਲ ਡੈਥਸ ਜਿਹੜੀਆਂ ਆ ਉਹ ਰੋਕੀਆਂ ਜਾ ਸਕਦੀਆਂ, ਪ੍ਰੀਵੈਂਟ ਕੀਤੀਆਂ ਜਾ ਸਕਦੀਆਂ ਜੇਕਰ 에ਅਰ ਕੁਆਲਿਟੀ ਠੀਕ ਕਰ ਲਈ ਜਾਵੇ। ਮਤਲਬ ਬਹੁਤ ਸਾਰੇ ਲੋਕ ਅਣਆਈ ਮੌਤ ਮਰ ਜਾਂਦੇ ਆ ਸਿਰਫ ਇਹਦੇ ਕਰਕੇ। ਉਹਨਾਂ ਨੇ ਉਹਦੇ ਵਿੱਚ ਡਿਟੇਲ ਦਿੱਤੀ ਹੈ ਕਿ ਜਿਹੜੀ ਨਾਈਟ੍ਰੋਜਨ ਡਾਈਆਕਸਾਈਡ ਆ ਉਹ ਜ਼ਿਆਦਾ ਇਹਨਾਂ ਫਿਊਲ ਦੇ ਵਿੱਚੋਂ ਬੇਸਿਕਲੀ ਜਿਹੜੀ ਜ਼ਿਆਦਾ ਜਨਰੇਟ ਹੋ ਰਹੀ ਹੈ ਉਹ ਮੁੱਖ ਪੋਲਿਊਸ਼ਨ ਦਾ ਕਾਰਨ ਬਣ ਰਹੀ ਹੈ। ਆਟੋਮੋਬਾਈਲ ਦੇ ਟ੍ਰੈਫਿਕ ਦੇ ਵਿੱਚੋਂ, ਕਾਰਾਂ ਮੋਟਰਸਾਈਕਲਾਂ ਦੇ ਜਿਹੜੇ ਧੂਏ ਦੇ ਵਿੱਚੋਂ ਨਿਕਲਦੀਆਂ, ਖਾਸ ਕਰ ਸ਼ਹਿਰੀ ਇਲਾਕਿਆਂ ਦੇ ਵਿੱਚ, ਇਹਦੇ ਨਾਲ ਫਿਰ ਅਸਥਮਾ, ਕਫਿੰਗ, ਵੀਜ਼ਿੰਗ ਜਾਂ ਹੋਰ ਸਾਹ ਲੈਣ ਦੇ ਵਿੱਚ ਸਮੱਸਿਆਵਾਂ, ਇਹ ਸਾਰਾ ਕੁਝ ਸਾਹਮਣੇ ਆ ਰਿਹਾ ਆ ਤੇ ਇਹਦੀ ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ। ਜਿਹੜੇ ਕਣ ਹਵਾ ਦੇ ਵਿੱਚ ਨੇ ਉਹ ਵੀ ਇੱਕ ਵੱਡੀ ਸਮੱਸਿਆ ਹੈ ਇਸ ਵੇਲੇ। ਇਹ ਗੱਲਾਂ ਬਾਤਾਂ ਪਹਿਲਾਂ ਵੀ ਚੱਲਦੀਆਂ ਰਹੀਆਂ ਵਾਤਾਵਰਣ ਬਾਰੇ, ਵਾਤਾਵਰਣ ਦੇ ਵਿੱਚ ਕਿੰਨਾ ਇਹ ਚਾਹੀਦਾ ਆ, ਕਿੰਨਾ ਹੋਣਾ ਚਾਹੀਦਾ, ਪਰ 99% ਦੁਨੀਆ ਦੇ ਲੋਕ ਮਾੜੀ ਹਵਾ ਦੇ ਵਿੱਚ ਸਾਹ ਲੈ ਰਹੇ ਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਵੀ ਆ ਤੇ ਦੁਨੀਆ ਨੂੰ ਸੋਚਣ ਦੀ ਵੀ ਲੋੜ ਆ ਕਿ ਇਹਦੇ ਪਾਸੇ ਕੀ ਕੀਤਾ ਜਾਣਾ ਚਾਹੀਦਾ। ਜਦੋਂ ਕੋਵਿਡ-19 ਨਹੀਂ ਸੀ ਉਹਦੇ ਤੋਂ ਪਹਿਲਾਂ ਜਿਹੜੀਆਂ ਬਾਰਡਰ ਸਟੇਟ ਸੀਗੀਆਂ ਕੈਨੇਡਾ ਅਮਰੀਕਾ ਦੀਆਂ, ਇੱਕ ਦੂਜੇ ਵੱਲ ਖੁੱਲ੍ਹੇ ਜਾਂਦੇ ਸੀ। ਜਦੋਂ ਮਰਜ਼ੀ ਜਾ ਕੇ ਕੋਈ ਡੇਅਰੀ ਲੈਣ ਜਾਂਦਾ ਸੀ, ਕੋਈ ਗੈਸ ਪਾਉਣ ਜਾਂਦਾ ਸੀ। ਬਾਅਦ ਦੇ ਵਿੱਚ ਇਹ ਪਾਬੰਦੀਆਂ ਲੱਗ ਰਹੀਆਂ, ਬਾਰਡਰ ਬੰਦ ਹੋ ਗਿਆ, ਫਿਰ ਬਾਰਡਰ ਖੁੱਲ੍ਹ ਗਿਆ। ਬਾਰਡਰ ਖੁੱਲ੍ਹਣ ਦੇ ਬਾਵਜੂਦ ਕੁਝ ਪਾਬੰਦੀਆਂ ਸੀਗੀਆਂ, ਤੁਹਾਡੇ ਕੋਲੇ ਆਹ ਸ਼ਰਤਾਂ ਚਾਹੀਦੀਆਂ ਦੂਜੇ ਪਾਸੇ ਜਾਣ ਲਈ ਜਾਂ ਟੈਸਟ ਕਰਵਾਉਣਾ ਚਾਹੀਦਾ। ਹੁਣ ਕਿਉਂਕਿ 1 ਅਪ੍ਰੈਲ ਤੋਂ ਸ਼ਰਤਾਂ ਕੈਨੇਡਾ ਦੇ ਵਿੱਚ ਹਟ ਗਈਆਂ ਤੇ ਦੁਬਾਰਾ ਫਿਰ ਪਹਿਲਾ ਵਾਲਾ ਜਿਹੜਾ ਉਹ ਮਾਹੌਲ ਆ ਬਣਦਾ ਨਜ਼ਰ ਆ ਰਿਹਾ। ਫੁਲੀ ਵੈਕਸੀਨੇਟਡ ਟਰੈਵਲਰਸ ਜਿਹੜੇ ਨੇ ਉਹਨਾਂ ਨੇ ਦੁਬਾਰਾ ਰੀਯੂਨੀਅਨ ਕਰਨੀ ਸ਼ੁਰੂ ਕਰ ਦਿੱਤੀ ਆ। ਦੂਜਾ ਜਿਹੜੀਆਂ ਗੈਸ ਡੀਲਸ ਹੈਗੀਆਂ ਕ੍ਰਾਸ ਬਾਰਡਰ ਸ਼ਾਪਿੰਗ ਦੇ ਲਈ ਵੀਕਐਂਡ ਦੇ ਉੱਤੇ ਬਹੁਤ ਸਾਰੀ ਭੀੜ ਦੇਖਣ ਨੂੰ ਮਿਲੀ। ਇੱਧਰ ਬਲੇਨ ਵਾਲੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੈਸ ਪ੍ਰਾਈਸਿਸ ਇਸ ਵੇਲੇ BC ਦੇ ਵਿੱਚ ਬਹੁਤ ਜ਼ਿਆਦਾ ਨੇ। $2 ਦੇ ਨੇੜੇ ਤੇੜੇ ਰੈਗੂਲਰ ਗੈਸ ਜਿਹੜੀ ਉਹ ਪਹੁੰਚੀ ਆ। ਪਿਛਲੇ ਮਹੀਨੇ ਦੇ ਵਿੱਚ ਮੈਟਰੋ ਵੈਨਕੂਵਰ ਦੇ ਵਿੱਚ ਬਹੁਤ ਸਾਰੇ ਕੈਨੇਡੀਅਨਸ ਜਿਹੜੇ ਆ ਉਹਨਾਂ ਨੇ ਹੁਣ ਇਸ ਗੱਲ ਦਾ ਐਡਵਾਂਟੇਜ ਲੈਣਾ ਸ਼ੁਰੂ ਕਰ ਦਿੱਤਾ ਕਿ ਦੂਜੇ ਪਾਸੇ ਜਾ ਕੇ ਟੈਂਕ ਫਿਲ ਕਰਾਓ। ਬਲੇਨ ਵਾਸ਼ਿੰਗਟਨ ਦੇ ਵਿੱਚ ਜਿਹੜਾ ਬਿਲਕੁਲ ਬਾਰਡਰ ਦੇ ਦੂਜੇ ਪਾਸੇ ਆ ਸਰੀ ਦੇ, ਬਹੁਤ ਸਾਰੇ ਸਟੇਸ਼ਨਸ ਜਿਹੜੇ ਆ ਉਹਨਾਂ ਨੇ ਇੱਕਦਮ ਦੇਖਿਆ ਕਿ ਉਹਨਾਂ ਦੇ ਗੈਸ ਦੀ ਮੰਗ ਇੱਕਦਮ ਵੱਧ ਗਈ ਹੈ। ਅੱਧੀ ਰਾਤ ਤੋਂ ਬਾਅਦ ਤੁਸੀਂ ਜਾ ਸਕਦੇ ਆ ਉੱਥੇ, ਜਿਹੜਾ ਪੰਪ ਦੇ ਉੱਤੇ ਜਾ ਕੇ ਗੈਸ ਲੈ ਕੇ ਆ ਸਕਦੇ ਆ। ਤੇ ਜਦੋਂ ਉਹਨੂੰ 6 ਮਹੀਨੇ ਪਹਿਲਾਂ ਨਾਲ ਜਾਂ ਸਾਲ ਨਾਲ ਪਹਿਲਾਂ ਕੰਪੇਅਰ ਕਰਕੇ ਦੇਖਦੇ ਆ ਤਾਂ ਤੁਹਾਨੂੰ ਬਹੁਤ ਸਾਰਾ ਫਰਕ ਨਜ਼ਰ ਆਉਂਦਾ ਹੈ। ਹੁਣ ਕੋਵਿਡ-19 ਨਿਯਮ ਹਟਣ ਤੋਂ ਬਾਅਦ ਇਸ ਵੇਲੇ ਇੱਕ ਫਰਕ ਕਾਫੀ ਜ਼ਿਆਦਾ ਗੈਸ ਦਾ ਉਧਰਲੇ ਪਾਸੇ ਵੀ ਹੈਗਾ ਆ। ਬਲੇਨ ਦੇ ਵਿੱਚ ਜਾ ਕੇ $1.5 ਦੀ ਜਿਹੜੀ ਕੈਨੇਡੀਅਨ ਡਾਲਰ ਦੀ ਇਹ ਗੈਸ ਮਿਲ ਰਹੀ ਹੈ, ਜਿਹੜੀ ਇੱਥੇ 2 ਦੇ ਨੇੜੇ ਹੁੰਦੀ ਆ। ਹੁਣ ਇਹ ਜਿਹੜਾ ਵੱਡਾ ਫਰਕ ਆ ਤਾਂ ਲੋਅਰ ਮੇਨਲੈਂਡ ਵਾਲੇ ਲੋਕ ਬਹੁਤ ਸਾਰੇ ਉਧਰਲੇ ਪਾਸੇ ਗਏ, ਬਾਰਡਰ ਦੇ ਉੱਤੇ ਵੀ ਲਾਈਨਾਂ ਲੱਗੀਆਂ, ਉਧਰ ਗੈਸ ਸਟੇਸ਼ਨਾਂ ਦੇ ਉੱਤੇ ਵੀ ਲਾਈਨਾਂ ਲੱਗੀਆਂ ਤੇ ਕਾਫੀ ਜ਼ਿਆਦਾ ਉੱਥੇ ਇੱਕ ਇਹਦਾ ਇਹ ਵੀ ਪਾਸਾ ਦੇਖਿਆ ਜਾ ਰਿਹਾ ਕਿ ਜਿਹੜੇ ਬਲੇਨ ਦੇ ਵਿੱਚ ਹੈਗੇ ਆ ਉਹਨਾਂ ਕੋਲੇ ਅਜੇ ਵੀ ਪ੍ਰੋਫਿਟ ਹੈਗਾ ਇਸ ਗੱਲ ਦਾ। ਤੇ ਹੁਣ ਉੱਥੇ ਜਾ ਕੇ ਜਿਹੜੇ ਬਿਜ਼ਨਸ ਆ ਉਹ ਕਾਫੀ ਜ਼ਿਆਦਾ ਤੇਜ਼ ਹੋਣਗੇ ਜਦੋਂ ਇੱਧਰਲੇ ਲੋਕ 1 ਅਪ੍ਰੈਲ ਤੋਂ ਬਾਅਦ ਜਦੋਂ ਇਹ ਸ਼ਰਤ ਤੱਕ ਫੁੱਲੀ ਵੈਕਸੀਨੇਟ ਟਰੈਵਲਰ ਜਿਹੜੇ ਆ ਉਹਨਾਂ ਨੂੰ ਕੋਵਿਡ-19 ਦਾ ਪ੍ਰੀ ਐਂਟਰੀ ਪ੍ਰੂਫ ਜਾਂ ਉਹ ਦੇਣ ਦੀ ਲੋੜ ਨਹੀਂ ਆ ਤੇ ਉਹ ਉੱਧਰ ਜਾ ਸਕਦੇ ਆ। ਇਹਦੇ ਤੋਂ ਬਾਅਦ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਸਾਰਾ ਕੁਛ ਟੂਰਿਜ਼ਮ ਤੇ ਬਿਜ਼ਨਸ ਜਿਹੜੇ ਵੱਧ ਰਹੇ ਆ ਤੇ ਲੋਕ, ਖਾਸ ਕਰ ਕੈਨੇਡਾ ਦੇ ਲੋਕ, ਇਹ ਸਾਰੇ ਕੁਛ ਦੇ ਵਿੱਚੋਂ ਫਾਇਦਾ ਲੈ ਰਹੇ ਆ ਤੇ ਅਮਰੀਕਾ ਦੇ ਜਿਹੜੇ ਬਹੁਤ ਸਾਰੇ ਲੋਕ ਆ ਉਹ ਇੱਧਰਲੇ ਪਾਸੇ ਆ ਰਹੇ ਆ ਤੇ ਜਿਹੜਾ ਟੂਰਿਜ਼ਮ ਆ ਉਹ ਵੀ ਕਾਫੀ ਡਿਵੈਲਪ ਹੋ ਰਿਹਾ। ਨਾਰਥ ਸ਼ੋਰ ਦੇ ਉੱਤੇ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਦੇ ਉੱਤੇ ਅੱਜ ਸਵੇਰੇ ਸੋਮਵਾਰ ਨੂੰ ਰੁਕ ਗਿਆ ਲਗਭਗ 1 ਘੰਟਾ। ਸੋਮਵਾਰ ਸਵੇਰੇ ਜਦੋਂ ਸਾਰੇ ਲੋਕਾਂ ਨੇ ਕੰਮ ਦੇ ਉੱਤੇ ਜਾਣਾ ਸੀ ਉਸ ਵੇਲੇ ਇਹ ਟ੍ਰੈਫਿਕ ਰੋਕਣਾ ਪਿਆ। ਕਾਰਨ ਇਹਦਾ ਇਹ ਸੀ ਕਿ ਉੱਥੇ ਪ੍ਰੋਟੈਸਟ ਹੋ ਰਿਹਾ ਸੀ। ਜਿਹੜਾ ਸਾਊਥ ਬਾਉਂਡ ਲੇਨ ਸੀ ਉਹਦੀ ਕ੍ਰੋਸਿੰਗ ਦੇ ਉੱਤੇ ਰੋਕ ਦਿੱਤੀ ਗਈ। ਮੈਂਬਰਸ ਨੇ ਜਿਹੜੇ ਸੇਵ ਓਲਡ ਗਰੋਥ ਇੱਕ ਗਰੁੱਪ ਆ ਜਿਹੜੇ ਪੁਰਾਣੇ ਦਰਖਤ ਨੇ ਉਹਨੂੰ ਜਿਹੜੀ ਨੈਚੁਰਲ ਬਾਇਓਡਾਇਵਰਸਿਟੀ ਆ ਉਹਨੂੰ ਬਚਾਉਣ ਦੇ ਲਈ ਇੱਕ ਗਰੁੱਪ ਕੰਮ ਕਰਦਾ ਆ। ਸੇਵ ਓਲਡ ਗਰੋਥ ਗਰੁੱਪ ਬਹੁਤ ਲੰਬੇ ਸਮੇਂ ਤੋਂ ਇੱਥੇ ਇਸ ਚਰਚਾ ਦੇ ਵਿੱਚ ਆ, ਜਿਹੜਾ ਪੁਰਾਣੇ ਟਰੀਜ਼ ਨੂੰ ਜਿਹੜੇ ਹੈਗੇ ਉਹਨਾਂ ਨੂੰ ਬਚਾਉਣ ਦੀ ਗੱਲਬਾਤ ਕਰਦਾ, ਨਹੀਂ ਕੱਟਣ ਦਿੰਦਾ। ਉਹ ਉੱਥੇ ਜਾ ਕੇ ਜਿਹੜੀ ਇਹ ਦਰਖਤ ਕੱਟੇ ਜਾ ਰਿਹਾ ਉਹਦੇ ਖਿਲਾਫ ਉਹਨਾਂ ਨੇ ਉੱਥੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਧਰਨਾ ਦਿੱਤਾ। ਵੈਨਕੂਵਰ ਪੁਲਿਸ ਨੇ ਕਨਫਰਮ ਕੀਤਾ 8:30 ਵਜੇ ਤੋਂ ਬਾਅਦ ਸਵੇਰੇ ਕਿ ਸਾਰੀਆਂ ਲੇਨਸ ਜਿਹੜੀਆਂ ਸੀ ਉਹ ਰੀਓਪਨ ਕਰ ਦਿੱਤੀਆਂ ਗਈਆਂ। 4 ਜਣੇ ਸੀਗੇ, ਬਹੁਤ ਵੱਡੀ ਭੀੜ ਵੀ ਨਹੀਂ ਸੀ। ਇਹਨਾਂ ਨੂੰ ਅਰੈਸਟ ਕੀਤਾ ਗਿਆ ਰੋਡ ਬਲੌਕ ਕਰਨ ਦੇ ਲਈ। ਬ੍ਰਿਜ ਪ੍ਰੋਟੈਸਟ ਜਿਹੜਾ ਦੂਜੇ ਜਿਹੜੇ ਡੈਮੋਸਟ੍ਰੇਸ਼ਨ ਤੇ ਟ੍ਰੈਫਿਕ ਡਿਸਟਰਪਸ਼ਨਸ ਆ ਸ਼ਹਿਰ ਦੇ ਵਿੱਚ ਦੂਜੇ ਥਾਵਾਂ ਦੇ ਉੱਤੇ, ਵਿਕਟੋਰੀਆ ਦੇ ਵਿੱਚ ਵੀ ਇੱਦਾਂ ਦੀਆਂ ਕੁਝ ਖਬਰਾਂ ਆਈਆਂ।
ਸੋ ਜਿਹੜੀ BC ਦੀ ਕੈਪੀਟਲ ਆ ਉੱਥੇ ਵੀ ਪੁਲਿਸ ਕਹਿ ਰਹੀ ਹੈ ਕਿ ਹੁਣ ਅਸੀਂ ਇੱਥੇ ਜਿਹੜੀ ਕੁਛ ਸਟਰੀਟਸ ਡਗਲਸ ਸਟਰੀਟ ਜਾਂ ਦੂਜੀਆਂ ਸਟਰੀਟਸ ਦੇ ਉੱਤੇ ਜੋ ਕੁਛ ਹੋ ਰਿਹਾ ਸੀ ਉਹਨੂੰ ਹੋੜ ਨਹੀਂ ਹੋਣ ਦੇਣਾ। ਦੇਖੋ ਪਹਿਲੀ ਵਾਰੀ ਨਹੀਂ ਆ ਕਿ ਇਸ ਗਰੁੱਪ ਨੇ ਟ੍ਰੈਫਿਕ ਬਲੌਕ ਕੀਤਾ ਆ, ਖਾਸ ਕਰ ਆਇਰਨ ਵਰਕਰ ਮੈਮੋਰੀਅਲ ਬ੍ਰਿਜ ਦੇ ਉੱਤੇ। ਜਨਵਰੀ 31 ਨੂੰ ਵੀ ਇਹਨਾਂ ਨੇ ਟ੍ਰੈਫਿਕ ਰੋਕਿਆ ਸੀ ਅਤੇ ਉੱਥੇ ਇਹ ਬੈਠ ਗਏ ਸੀਗੇ, ਬੈਠ ਕੇ ਇਹਨਾਂ ਨੇ ਧਰਨਾ ਦਿੱਤਾ ਸੀ। ਸੇਵ ਓਲਡ ਗਰੋਥਸ ਇਹ ਕਹਿੰਦੇ ਆ ਕਿ 2 ਦਰਜਨ ਤੋਂ ਜ਼ਿਆਦਾ ਲੋਕ ਸਾਡੇ ਗ੍ਰਿਫਤਾਰ ਕੀਤੇ ਗਏ ਆ ਇਸ ਡਿਸਰਪਸ਼ਨ ਦੇ ਕਰਕੇ। ਹੁਣ ਇਹ ਕਿੰਨਾ ਕਿਹਨਾਂ ਦੀ ਗੱਲ ਮੰਨੀ ਜਾਂਦੀ ਆ ਅਤੇ ਕੀ ਇਹਦੇ ਲਈ ਕਾਨੂੰਨ ਹੋਰ ਬਣਾਇਆ ਜਾਂਦਾ ਜਾਂ ਇਹ ਟ੍ਰੈਫਿਕ ਜਿਹੜੀ ਠੀਕ ਠਾਕ ਚੱਲਦੀ ਰਹਿੰਦੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਇਹ ਗੱਲਬਾਤ ਹੋਰ ਜ਼ਿਆਦਾ ਸਪਸ਼ਟ ਹੋਵੇਗੀ। ਅੱਜ ਅਸੀਂ ਖਾਸ ਗੱਲਬਾਤ ਕਰਨੀ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਇੰਸ਼ੋਰੈਂਸ ਸੰਬੰਧੀ। ਜਿਹੜੇ ਲੋਕ PR ਨੇ, ਕੈਨੇਡਾ ਦੇ ਵਿੱਚ ਰਹਿੰਦੇ ਨੇ, ਸਿਟੀਜ਼ਨ ਨੇ, ਇੱਥੇ ਦੇ ਪਰਮਾਨੈਂਟ ਰੈਜ਼ੀਡੈਂਸ ਨੇ, ਉਹਨਾਂ ਨੂੰ MSP ਹੁੰਦੀ ਆ, ਉਹਦੇ ਤਹਿਤ ਉਹ ਕਵਰ ਹੁੰਦੇ ਆ ਤਾਂ ਉਹਨਾਂ ਦਾ ਸਾਰਾ ਇਲਾਜ ਫ੍ਰੀ ਹੁੰਦਾ। ਪਰ ਉਹਦੇ ਵਿੱਚ ਸਾਰਾ ਕੁਛ ਕਵਰ ਨਹੀਂ ਹੁੰਦਾ। ਤੁਹਾਡੀਆਂ ਆਈਜ਼, ਤੁਹਾਡਾ ਡੈਂਟਲ, ਇਹ ਸਾਰਾ ਕੁਛ ਵੱਖਰਾ ਹੁੰਦਾ ਜਾਂ ਉਹਦੇ ਵੱਖਰੇ ਵੱਖਰੇ ਹਿਸਾਬ ਕਿਤਾਬ ਹੁੰਦੇ ਆ। ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਇੱਥੇ ਆਉਂਦੇ ਆ ਉਹ ਬਹੁਤੀ ਵਾਰੀ ਡਾਕਟਰ ਕੋਲ ਨਹੀਂ ਜਾਂਦੇ। ਉਹਨਾਂ ਨੂੰ ਲੱਗਦਾ ਕਿ ਅਸੀਂ ਕਵਰਡ ਨਹੀਂ ਆ। ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕੀ ਕਵਰ ਹੁੰਦਾ, ਕੀ ਉਹ ਇੱਥੋਂ ਦਾ ਜਿਹੜਾ PR ਜਾਂ ਸਿਟੀਜ਼ਨ ਆ ਉਹਦੇ ਬਰਾਬਰ ਉਹਦੇ ਕੋਲ ਇੰਸ਼ੋਰੈਂਸ ਹੁੰਦੀ ਆ, ਉਹਦੇ ਨਾਲੋਂ ਥੋੜ੍ਹੀ ਘੱਟ ਹੁੰਦੀ ਆ ਜਾਂ ਉਹਦੇ ਨਾਲੋਂ ਵੱਧ ਹੁੰਦੀ ਆ। ਇਹਦੇ ਸੰਬੰਧੀ ਅਸੀਂ ਕੁਛ ਗੱਲਾਂ ਕਲੀਅਰ ਕਰਨ ਦੇ ਲਈ ਅੱਜ ਪਰਮਿੰਦਰ ਸਿੰਘ ਥਿੰਦ ਹੋਣਾ ਕੋਲ ਆਏ ਹਾਂ, ਥਿੰਕ ਇੰਸ਼ੋਰੈਂਸ ਤੇ ਉਹਨਾਂ ਕੋਲ ਜਾਣਦੇ ਹਾਂ। ਥਿੰਦ ਸਾਹਿਬ, ਕਈ ਲੋਕ ਕਹਿੰਦੇ ਵੀ ਜਿਹੜੇ ਸਟੂਡੈਂਟ ਇੰਸ਼ੋਰੈਂਸ ਲੈ ਕੇ ਆਉਂਦੇ ਆ ਇਹਦੇ ਵਿੱਚ ਅੱਖਾਂ ਵੀ ਕਵਰ ਹੁੰਦੀਆਂ, ਦੰਦ ਵੀ ਕਵਰ ਹੁੰਦੇ ਆ ਅਤੇ ਬਹੁਤ ਕੁਛ ਉਹ ਕਵਰ ਹੁੰਦਾ ਜਿਹੜਾ ਇੱਥੋਂ ਦੇ ਪੱਕਿਆਂ ਦਾ ਵੀ ਕਵਰ ਨਹੀਂ ਹੁੰਦਾ। ਇਹ ਗੱਲ ਸੱਚੀ ਹੈ ਜੀ? ਬਿਲਕੁਲ ਗੱਲ ਸਹੀ ਹੈ ਜੀ। ਜਿਹੜੀ ਆਪਾਂ ਇੱਥੇ ਜੇ PR ਨੇ ਜਾਂ ਤੁਸੀਂ ਸਿਟੀਜ਼ਨ ਹੋ, ਤੁਹਾਡੀ MSP ਹੈ। MSP ਸਿਰਫ ਤੁਹਾਡੀਆਂ ਆਪਾਂ ਡਾਕਟਰ ਕੋਲ ਫ੍ਰੀ ਜਾ ਸਕਦੇ ਹਾਂ। ਕੋਈ ਆਪਾਂ ਐਮਰਜੈਂਸੀ ਜਾਣਾ ਉਹ ਸਾਡਾ ਫ੍ਰੀ ਹੈਗਾ, ਪਰ ਨਾ ਸਾਡੀਆਂ ਦਵਾਈਆਂ ਕਵਰ ਨੇ, ਨਾ ਸਾਡਾ ਡੈਂਟਲ ਕਵਰ ਹੈ, ਨਾ ਸਾਡਾ ਕੋਈ ਐਨਕਾਂ ਕਵਰ ਨੇ, ਨਾ ਹੀ ਸਾਡੀਆਂ ਜੇ ਅਸੀਂ ਕੋਈ ਫਿਜ਼ੀਓਥੈਰੇਪੀ ਜਾਂਦੇ ਹਾਂ, ਕਾਇਰੋਪ੍ਰੈਕਟਰ ਜਾਂਦੇ ਹਾਂ ਜਾਂ ਅਸੀਂ ਦਵਾਈਆਂ, ਉਹ ਸਾਡੀਆਂ ਕਵਰ ਨਹੀਂ ਹੈਗੀਆਂ। ਜੇ ਸਟੂਡੈਂਟ ਨੇ, ਜੇ ਸਟੂਡੈਂਟ ਆਏ ਹੋਏ ਨੇ ਇੱਥੇ ਸਟੂਡੈਂਟ ਨੇ, ਉਹ ਆਪਦੀ ਟਰੈਵਲ ਇੰਸ਼ੋਰੈਂਸ ਲੈਂਦੇ ਨੇ। ਸਟੂਡੈਂਟ ਵਾਸਤੇ 2 ਮਿਲੀਅਨ ਦੀ ਕਵਰੇਜ ਹੈਗੀ ਜੀ। ਉਹਦੇ ਵਿੱਚ ਨਾਲੇ ਤੁਹਾਨੂੰ ਦਵਾਈਆਂ ਦੀ ਲੋੜ ਪੈ ਗਈ, ਦਵਾਈਆਂ ਦੀ ਕਵਰੇਜ ਹੈਗੀ ਹੈ। ਜੇ ਇਨ ਕੇਸ ਕਿਸੇ ਨੂੰ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ ਕਰਾਉਣੀ ਹੈ, ਵਿਜ਼ਡਮ ਟੂਥ ਕਢਾਉਣਾ, ਐਨਕਾਂ ਦੀ ਕਵਰੇਜ ਆ। ਹਰੇਕ ਸਾਲ ਤੁਸੀਂ ਇੱਕ ਵਾਰੀ ਆਪਦੀਆਂ ਨਿਗਾਹ ਚੈੱਕ ਕਰਾ ਸਕਦੇ ਹੋ। ਇਹ ਸਾਰੀਆਂ ਕਵਰੇਜ ਜਿਹੜੀਆਂ ਹੈਗੀਆਂ ਤੁਹਾਨੂੰ ਫ੍ਰੀ ਉਸ ਪਾਲਿਸੀ ਦੇ ਵਿੱਚ ਮਿਲਦੀਆਂ। MSP ਨਾਲੋਂ ਵੱਧ ਕਵਰੇਜ ਹੁੰਦੀ ਹੈ। ਤੁਸੀਂ ਗੱਲ ਸਹੀ ਹੈ, ਕਿਉਂਕਿ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ, ਕਿਉਂਕਿ ਆਉਂਦੇ ਹੀ ਸਿੱਧਾ ਪੜ੍ਹਾਈ 'ਚ ਲੱਗ ਜਾਂਦੇ ਨੇ ਅਤੇ ਨਾਲ ਜਿਹੜਾ ਕੰਮ ਕਰਦੇ ਨੇ ਟਾਈਮ ਥੋੜ੍ਹਾ ਹੁੰਦਾ। ਪਰ ਇਹ ਵੀ ਜਦੋਂ ਵੀ ਉਹ ਕਿਸੇ ਵੀ ਪ੍ਰੋਫੈਸ਼ਨ ਨਾਲ ਗੱਲਬਾਤ ਕਰਦੇ ਨੇ, ਕਿਉਂਕਿ ਉਹਨਾਂ ਕੋਲ ਉਹ ਜੇ ਪਾਲਿਸੀ ਲਈ ਹੋਈ ਹੈ ਅਤੇ ਨਾਲੇ ਉਹ ਚੀਜ਼ਾਂ ਦੀਆਂ ਉਹਨਾਂ ਨੂੰ ਫਾਇਦਾ ਹੋ ਸਕਦਾ ਬਹੁਤ ਜ਼ਿਆਦਾ ਜੀ। ਥਿੰਦ ਸਾਹਿਬ, ਇਹ ਜਿਹੜੀ ਹੁਣ ਇੱਕ ਤੁਹਾਡੇ ਕੋਲ ਪਾਲਿਸੀ ਹੈ ਜਾਂ ਇਹਦਾ ਫਰਕ ਹੁੰਦਾ? ਇੱਕ ਕਾਲਜ ਕਈ ਵਾਰੀ ਇੰਸ਼ੋਰੈਂਸ ਕਰਦਾ, ਹਰ ਇੱਕ ਸਟੂਡੈਂਟ ਦਾ ਇੰਸ਼ੋਰੈਂਸ ਹੁੰਦਾ ਆ। ਇਹ ਹਰ ਇੱਕ ਇੰਸ਼ੋਰੈਂਸ ਦੇ ਵਿੱਚ ਹੀ ਮਤਲਬ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ, ਇੱਕ ਵਾਰੀ ਆਈ ਚੈੱਕਅਪ ਇਹ ਫ੍ਰੀ ਹੁੰਦਾ ਜੀ? ਹਾਂਜੀ, ਡਿਪੈਂਡ ਕਰਦਾ ਕਿਹੜੀ ਪਾਲਿਸੀ ਹੈਗੀ ਹੈ ਜੀ। ਕਿਉਂਕਿ ਸਕੂਲ ਕਾਲਜਿਸ ਵੀ ਟਰੈਵਲ ਇੰਸ਼ੋਰੈਂਸ ਹੀ ਉਹਨਾਂ ਨੂੰ ਬੱਚਿਆਂ ਨੂੰ ਕਹਿੰਦੇ ਵੀ ਤੁਸੀਂ ਜ਼ਰੂਰ ਲਓ, ਬਿਕਾਜ਼ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਇਹਨਾਂ ਦਾ ਪਤਾ ਨਹੀਂ ਹੈਗਾ। ਉਹ ਜੇ ਤੁਸੀਂ ਆਪਦੀ ਸ਼ਾਪ ਅਰਾਊਂਡ ਕਰ ਸਕਦੇ ਹੋ, ਕਿਉਂਕਿ ਸਟੂਡੈਂਟ ਕੋ ਆਪਸ਼ਨ ਹੁੰਦੀ ਹੈ, ਉਹਨੂੰ ਵੇਵ ਵੀ ਕਰ ਸਕਦੇ ਹੋ। ਜਿਹੜੇ ਸਕੂਲ ਦੇ ਥਰੂ ਲੈਣੀ, ਤੁਸੀਂ ਆਪਦੀ ਪਰਸਨਲ ਵੀ ਲੈ ਸਕਦੇ ਹੋ। ਫਿਰ ਤੁਸੀਂ ਕੰਪੇਅਰ ਕਰ ਸਕਦੇ ਹੋ ਤੁਹਾਨੂੰ ਕਿਸ ਚੀਜ਼ ਦਾ ਫਾਇਦਾ ਹੈਗਾ, ਕਿਹੜੀ ਕਵਰੇਜ ਕਿੱਦਾਂ ਕਵਰ ਕਰਦੀ ਹੈ। ਐਗਜ਼ਾਮਪਲ, ਉਹ ਇੱਕੋ ਹੀ ਕੰਪਨੀ ਨਾਲ ਡੀਲ ਕਰਦੇ ਨੇ ਸਕੂਲ ਵਾਲੇ, ਉਹਨਾਂ ਨੇ ਕਹਿਣਾ ਵੀ ਆਹੀ ਚੀਜ਼ ਹੈਗੀ ਸਾਡੇ ਕੋਲ। ਉਹਨਾਂ ਨੇ ਨਾ ਕੋਈ ਸਮਝਾਉਣ ਵਾਲਾ ਉੱਥੇ, ਉਹਨਾਂ ਨੇ ਕਿਹਾ ਵੀ ਆਹ ਪੈਕੇਜ ਇੰਨੀ ਪ੍ਰਾਈਸ ਹੈਗੀ ਆ। ਹੁਣ ਨਾ ਪੁੱਛ ਸਕਦੇ ਹਾਂ ਆਪਾਂ, ਨਾ ਸਾਨੂੰ ਪਤਾ ਉਹਦੇ 'ਚ ਕੀ ਕਵਰ ਹੈਗਾ। ਫਿਰ ਜਿਹੜੇ ਦੂਜੇ ਪਾਸੇ ਆ, ਤੁਹਾਨੂੰ ਪਤਾ ਵੀ ਸਾਨੂੰ ਜੇ ਚੀਜ਼ ਸਸਤੀ ਮਿਲਦੀ ਹੈ, ਕਵਰੇਜ ਵੱਧ ਹੈਗੇ ਨੇ, ਉਹ ਸਾਡੇ ਵਾਸਤੇ ਢੁਕਵੀਂ ਹੈਗੀ। ਫਿਰ ਉਸ ਹਿਸਾਬ ਨਾਲ ਅਸੀਂ ਆਪਦਾ ਡਿਸੀਜਨ ਬਣਾ ਸਕਦੇ ਹਾਂ ਜੀ। ਥਿੰਦ ਸਾਹਿਬ, ਇੱਕ ਕੋਈ ਗੱਲ ਕਰ ਰਿਹਾ ਸੀ ਵੀ ਮੰਨ ਲਓ ਇੱਥੇ ਕਿਸੇ ਬੱਚੇ ਦੇ ਰੱਬ ਨਾ ਕਰੇ ਸੱਟ ਲੱਗ ਜਾਵੇ, ਕਈ ਵਾਰੀ ਹਾਦਸੇ ਵਾਪਰ ਜਾਂਦੇ ਆ, ਸਟੂਡੈਂਟ ਆਮ ਤੌਰ 'ਤੇ ਇਕੱਲੇ ਹੁੰਦੇ ਆ। ਉਹ ਇਹ ਗੱਲ ਦੱਸ ਰਿਹਾ ਸੀ ਵੀ ਜੇ ਕਿਸੇ ਨੇ ਪਿੱਛੋਂ ਇੰਡੀਆ ਤੋਂ ਆਉਣਾ, ਬੰਦੇ ਦੇ ਸੱਟ ਲੱਗ ਗਈ ਆ, ਮਾਂ ਪਿਓ ਇੰਡੀਆ ਨੇ, ਉਹਨਾਂ ਨੂੰ ਜਿਹੜਾ ਪੇਰੈਂਟਸ ਨੂੰ ਵੀਜ਼ਾ ਲੈ ਲਿਆ ਉਹਨਾਂ ਨੇ ਅਤੇ ਉਹਨਾਂ ਨੇ ਆਉਣਾ ਆ ਇੱਥੇ, ਉਹ ਟਿਕਟ ਵੀ ਕਹਿੰਦੇ ਇਸੇ ਇੰਸ਼ੋਰੈਂਸ ਦੇ ਵਿੱਚ ਕਵਰ ਹੁੰਦੀ। ਇਹ ਕੀ ਹੁੰਦਾ ਮਾਮਲਾ ਜੀ? ਹਾਂਜੀ ਬਿਲਕੁਲ ਜੀ, ਤੁਸੀਂ ਹੈਰਾਨ ਹੋਗੇ। ਬਿਲਕੁਲ, ਜੇ ਕੋਈ ਸਟੂਡੈਂਟ ਹੈਗਾ, ਕੋਈ ਇੱਥੇ ਸੱਟ ਲੱਗ ਜਾਂਦੀ ਹੈ ਅਤੇ ਹਸਪਤਾਲ ਨੇ, ਉਹ ਬਿਲਕੁਲ ਕਿਉਂਕਿ ਇਕੱਲੇ ਨੇ, ਆਪਦੇ ਪੇਰੈਂਟਸ ਨੂੰ ਬੁਲਾ ਸਕਦੇ ਨੇ। ਉਹਨਾਂ ਦੀ ਟਿਕਟ ਫ੍ਰੀ ਹੋਊਗੀ। ਜਿੱਥੇ ਆਉਣਾ, ਉਤਰੇ ਏਅਰਪੋਰਟ 'ਤੇ, ਟੈਕਸੀ ਦਾ ਖਰਚਾ, ਹਸਪਤਾਲ ਤੱਕ ਜਾਣਾ, ਹਸਪਤਾਲ ਦਾ ਜੋ ਖਾਣਾ, ਜੋ ਆਪਦਾ ਦਿਨ ਦਾ ਡੇਲੀ ਜਿਹੜਾ ਜੋ ਖਾਣਾ ਪੀਣਾ, ਉਹਦੀ ਕਵਰੇਜ ਹੈਗੀ ਹੈ।
ਫੋਨ ਦੀ ਕਵਰੇਜ ਹੈਗੀ, ਜਿੰਨੇ ਵੀ ਬਿੱਲ ਨੇ ਤੁਹਾਡੇ ਐਕਸਪੈਂਸਿਸ ਨੇ ਉਹ ਸਾਰੇ ਕਵਰ ਨੇ। ਤੁਸੀਂ ਆਪਦੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਇੱਥੇ ਬੁਲਾਉਂਦੇ ਹੋ, ਹਾਂ ਜੇ ਇੱਥੇ ਕੋਈ ਬੱਚਾ ਕਿਸੇ ਦੀ ਇਹੋ ਜਿਹੀ ਘਟਨਾ ਘਟ ਜਾਂਦੀ ਹੈ, ਕੋਈ ਐਕਸੀਡੈਂਟਲ ਡੈਥ ਹੋ ਜਾਂਦੀ ਹੈ, ਉਹ ਵੀ ਵਿੱਚ ਇੰਸ਼ੋਰੈਂਸ ਕਵਰ ਹੈਗੀ। ਬੋਡੀ ਜਿਹੜੀ ਹੈ ਇੰਡੀਆ ਪਹੁੰਚਾਉਣੀ ਹੈ, ਉਹ ਵੀ ਵਿੱਚ ਉਹਦੀ ਕਵਰੇਜ ਦੇ ਵਿੱਚ ਹੁੰਦਾ। ਇਹ MSP 'ਚ ਇਹ ਚੀਜ਼ਾਂ ਨਹੀਂ ਹੈਗੀਆਂ। ਅਤੇ ਆਪਾਂ ਪੈਸੇ ਬਹੁਤ ਥੋੜ੍ਹੇ ਨੇ, ਭਾਵੇਂ ਬੱਚਾ ਕੋਈ 20 ਸਾਲ ਦਾ ਅਤੇ ਭਾਵੇਂ ਕੋਈ 28 ਸਾਲ ਦਾ, ਉਹ ਕਿਸ਼ਤ ਸਾਰਿਆਂ ਦੀ ਸੇਮ ਹੈਗੀ ਆ। ਆਲਮੋਸਟ $50 ਬਣਦੇ ਨੇ। ਤਾਂ ਇਹ ਆ ਵੀ ਹੁਣ ਜੇ ਆਪਾਂ $50 ਦਿੰਦੇ ਹਾਂ ਤਾਂ ਸਾਨੂੰ ਇਹ ਪਤਾ ਵੀ ਇਹ ਚੀਜ਼ਾਂ ਸਾਡੀਆਂ ਸਾਰੀਆਂ ਕਵਰ ਹੈਗੀਆਂ ਨੇ। ਪਰ ਇਹ ਵੀ $50 ਆਪਾਂ ਉੱਦਾਂ ਹੀ ਖਰਚ ਦਿੰਦੇ ਹਾਂ, $40-50 ਇਹ ਵੀ ਸਾਨੂੰ ਪਤਾ ਵੀ ਇਹ ਚੀਜ਼ਾਂ ਸਾਡੇ ਕੋਲ ਕਵਰ ਨੇ। ਇਹ ਵਿੱਚ ਜੇ ਆਪਾਂ ਗਿਣਤੀ ਕਰਦੇ ਹਾਂ ਉਹ ਅਨਵੈਲਿਊਬਲ, ਉਹਦੀ ਵੈਲਿਊ ਬਹੁਤ ਜ਼ਿਆਦਾ ਹੈ। ਆਪਾਂ ਇਹ ਗਿਣਤੀ ਕਰ ਨਹੀਂ ਸਕਦੇ ਵੀ ਦੇਖਦੇ ਵੀ ਜਿਹਨੇ ਹੁਣ ਐਗਜ਼ਾਮਪਲ 1 ਮਿੰਟ ਸੋਚ ਕੇ ਦੇਖੀਏ, ਬੁਲਾਉਣਾ ਪੈ ਗਿਆ ਕਿਸੇ ਨੂੰ, ਸਾਨੂੰ ਪਤਾ ਵੀ ਅੱਜ ਸੱਟ ਲੱਗੀ ਆ, ਉਹਨਾਂ ਦੀਆਂ ਸਾਰੀਆਂ ਟਿਕਟਾਂ, ਖਾਣ ਪੀਣ ਦਾ, ਰਹਿਣ ਦਾ ਖਰਚਾ, ਇਸ ਤੋਂ ਬਾਅਦ ਹੋਰ ਵਧੀਆ ਕੀ ਹੋ ਸਕਦਾ ਜੀ। ਇਹ ਮਤਲਬ ਥਿੰਕ ਸਾਹਿਬ ਕੋਈ ਸਪੈਸ਼ਲ ਪਾਲਿਸੀ ਲੈਣੀ ਪੈਂਦੀ ਹੈ ਇਹਦੇ ਲਈ, ਜਾਂ ਤੁਹਾਡਾ ਕੋਈ ਤਜਰਬਾ ਹੁੰਦਾ ਇਹਨਾਂ ਨਾਲ ਕਿ ਜਿਹੜੇ ਬਹੁਤੇ ਸਟੂਡੈਂਟ ਆਉਂਦੇ ਆ ਲਗਭਗ ਉਹੀ ਪਾਲਿਸੀ ਹੁੰਦੀ ਆ? ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਈ ਵਾਰੀ ਸਟੂਡੈਂਟ ਨੇ ਪਾਲਿਸੀ ਲਈ ਆ, ਉਹਨੂੰ ਪਤਾ ਹੀ ਨਹੀਂ ਕਿ ਇਹਦੇ ਵਿੱਚ ਆਹ ਚੀਜ਼ਾਂ ਕਾਇਰੋਪ੍ਰੈਕਟਰ, ਫਿਜ਼ੀਓਥੈਰੇਪੀ ਕਵਰ ਆ। ਹਾਂਜੀ, ਤਾਂ ਹੀ ਆਪਾਂ ਜਿਹੜੀ ਗੱਲ ਕੀਤੀ, ਜਦੋਂ ਸਕੂਲ ਨੇ ਜਿਹੜੀ ਚੀਜ਼ ਨਾਲ ਫੀ ਦੇ ਨਾਲ ਲਾ ਕੇ ਐਡ ਕਰਕੇ ਦੇਤੀ, ਹੁਣ ਸਟੂਡੈਂਟ ਨੂੰ ਇਹ ਨਹੀਂ ਪਤਾ ਵੀ ਇਹ ਚੀਜ਼, ਕਿਉਂਕਿ ਇੱਕ ਤਾਂ ਸਾਡਾ ਹੁੰਦਾ ਆਉਂਦੇ, ਇੱਕ ਹੁੰਦਾ ਵੀ ਚਾਹ ਅਸੀਂ ਸਕੂਲ 'ਚ ਜਾਣ ਲੱਗ ਗਏ। ਹੁਣ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਹੁੰਦਾ ਵੀ ਕਿੰਨਾ, ਨਾ ਹੀ ਟਾਈਮ ਹੈਗਾ, ਨਾ ਹੀ ਉਹਨਾਂ ਕੋਲ ਹੈਗਾ ਸਾਰੇ ਬਰੋਸ਼ਰ ਪੜ੍ਹਨ ਦਾ, ਨਾ ਹੀ ਉੱਥੇ ਕੋਈ ਸਮਝਾਉਣ ਵਾਲਾ ਹੈਗਾ ਵੀ ਇਸ ਇੰਸ਼ੋਰੈਂਸ ਤੁਹਾਡੀਆਂ ਆਹ ਚੀਜ਼ਾਂ ਕਵਰ ਹੈਗੀਆਂ ਨੇ। ਹੁਣ ਤਾਂ ਜੇ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਕੋਲ ਬਾਹਰੋਂ ਆਪਦੀ ਪਾਲਿਸੀ ਲਈ ਹੋਈ ਹੈ, ਫਿਰ ਉਹਦੀ ਜੌਬ ਬਣਦੀ ਤੁਹਾਨੂੰ ਸਮਝਾਉਣਾ ਕੀ ਕਵਰੇਜ ਹੈਗੀ ਆ, ਕੀ ਇਹਦੀ ਕਿਸ਼ਤ ਹੈਗੀ ਆ। ਫਿਰ ਜੇ ਪਤਾ ਹੋਊਗਾ ਤਾਂ ਹੀ ਉਹ ਚੀਜ਼ਾਂ ਨੂੰ ਯੂਟੀਲਾਈਜ਼ ਕਰ ਸਕਦੇ ਨੇ। ਪਤਾ ਵੀ ਹੁਣ ਕਾਇਰੋ, ਫਿਜ਼ੀਓ, ਐਨਕਾਂ ਚੈੱਕਅਪ ਕਰਾਉਣਾ, ਨਾਲੇ ਜਿਹੜਾ ਸਾਲ ਦਾ ਚੈੱਕਅਪ ਹੈਗਾ ਉਹ ਬਹੁਤ ਫਰੀ ਹੈ। ਕਈ ਵਾਰੀ ਅਸੀਂ ਆਉਂਦੇ ਹਾਂ, ਸਾਨੂੰ ਪਤਾ ਨਹੀਂ ਵੀ ਸਾਡੀ ਹੈਲਥ ਕੰਡੀਸ਼ਨ ਕਿੱਦਾਂ ਦੀ ਹੈਗੀ ਹੈ, ਉਹ ਜਿਹੜਾ ਸਾਲ ਦਾ ਫਰੀ ਚੈੱਕਅਪ ਇੱਥੇ ਹੈਗਾ ਉਹ ਤੁਹਾਡੀ ਪਾਲਿਸੀ 'ਚ ਬਿਲਕੁਲ ਫਰੀ ਹੈਗਾ, ਜਿਹੜੀ ਆਪਾਂ ਟਰੈਵਲ ਪਾਲਿਸੀ ਸਟੂਡੈਂਟ ਦੀ ਪਾਲਿਸੀ ਕਰਾਉਂਦੇ ਹਾਂ ਜੀ। ਹੁਣ ਮੰਨ ਲਓ ਸਟੂਡੈਂਟ ਆ ਗਿਆ, ਇੰਸ਼ੋਰੈਂਸ ਉਹਨੇ ਲੈ ਲਿਆ, ਉਹਨੂੰ ਨਹੀਂ ਪਤਾ ਇੰਡੀਆ 'ਚੋਂ ਕਿਸੇ ਏਜੰਟ ਨੇ ਜਿਹਨੇ ਫਾਰਮ ਭਰਿਆ ਸੀ ਉਹਨੇ ਕਰ ਦਿੱਤਾ, ਉਹਨੂੰ ਇਹ ਕਿੱਦਾਂ ਪਤਾ ਲੱਗੇ ਕਿ ਮੇਰੇ ਇੰਸ਼ੋਰੈਂਸ ਦੇ ਵਿੱਚ ਆਹ ਚੀਜ਼ਾਂ ਕਵਰ ਆ ਅਤੇ ਆਹ ਨਹੀਂ? ਹਾਂਜੀ, ਜਿੰਨੀਆਂ ਵੀ ਪਾਲਿਸੀ ਲੈਣਾ, ਪਾਲਿਸੀ 2 ਤਰੀਕੇ ਦੀ। ਇੱਕ ਤਾਂ ਆਪਾਂ ਸਿਰਫ ਜਿਹੜਾ ਕੋਈ ਵਿਜ਼ਿਟ ਕਰਨ ਆਇਆ ਜੀ, ਉਹ ਵਿਜ਼ਟਰ ਦੀ ਇੰਸ਼ੋਰੈਂਸ ਹੋ ਗਈ। ਸਟੂਡੈਂਟ ਦੀ ਜਿਹੜਾ ਸਪੈਸ਼ਲ ਪੈਕੇਜ ਕੰਪਨੀਆਂ ਨੇ ਡਿਜ਼ਾਈਨ ਕੀਤਾ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ, ਜਾਂ ਸਟੂਡੈਂਟ ਜਿਹੜੇ ਸਾਡੇ ਕੋਲ ਆ ਰਹੇ ਨੇ, ਜਾਂ ਕੈਨੇਡੀਅਨ ਬੱਚੇ ਬਾਹਰ ਪੜ੍ਹਨ ਜਾ ਰਹੇ ਨੇ, ਦੋਵਾਂ ਪਾਸੇ ਉਹ ਜਿਹੜੀ ਕਵਰੇਜ ਕਰਦੀ। ਇੱਦਾਂ ਹੀ ਸਾਡੇ ਬੱਚੇ ਵੀ ਕਿਤੇ ਬਾਹਰ ਪੜ੍ਹਨ ਜਾ ਰਹੇ, ਅਮਰੀਕਾ ਜਾਂ ਆਸਟ੍ਰੇਲੀਆ ਜਾਂ ਇੰਗਲੈਂਡ ਜਾ ਰਹੇ, ਉਹਨਾਂ ਦੀ ਕਵਰੇਜ ਵੀ ਇੱਦਾਂ ਹੀ ਹੈ ਜਿੱਦਾਂ ਸਾਡੀ ਕਵਰੇਜ ਇੱਥੇ ਹੈਗੀ, ਜਿਹੜੀਆਂ ਸਾਰੀਆਂ ਡੀਟੇਲ ਦੱਸੀਆਂ, ਉਹਨਾਂ ਨੂੰ ਵੀ ਇਹ ਸੁਵਿਧਾਵਾਂ ਉੱਥੇ ਜਾ ਕੇ ਮਿਲ ਸਕਦੀਆਂ। ਕੋਈ ਆਸਟ੍ਰੇਲੀਆ ਪੜ੍ਹਨ ਜਾਂਦਾ ਜਾਂ ਇੰਗਲੈਂਡ ਪੜ੍ਹਨ ਜਾਂਦਾ, ਉਹਨਾਂ ਨੂੰ ਵੀ ਪਤਾ ਜੀ ਸਾਡਾ ਉੱਥੇ ਮੈਡੀਕਲ ਚੈੱਕਅਪ ਕਰਾਉਣਾ, ਅਤੇ ਉਹਨਾਂ ਵਾਸਤੇ ਵੀ ਸੇਮ ਪਾਲਿਸੀਜ਼ ਹੋਊਗੀ। ਇਹ ਸਿਰਫ ਸਟੂਡੈਂਟ ਵਾਸਤੇ ਹੀ ਪੈਕੇਜ ਡਿਜ਼ਾਈਨ ਕੀਤਾ ਗਿਆ ਕੰਪਨੀਆਂ ਨੇ। ਅਤੇ ਮੰਨ ਲਓ ਕੋਈ ਸਟੂਡੈਂਟ ਇੱਥੇ ਆ ਗਿਆ, ਉਹ ਇਹਦੇ ਤੋਂ ਬਾਅਦ 'ਚੋਂ ਡਿਸਾਈਡ ਕਰ ਲੈਂਦਾ ਵੀ ਮੈਂ ਥੋੜ੍ਹੇ ਚਿਰ ਦੇ ਲਈ ਆਪਣੇ ਕਿਸੇ ਰਿਸ਼ਤੇਦਾਰ ਨੂੰ ਇੰਗਲੈਂਡ ਮਿਲਣ ਜਾਣਾ, ਜਾਂ ਉਹਨੇ ਅਮਰੀਕਾ ਜਾਣਾ, ਇਹ ਇੰਸ਼ੋਰੈਂਸ ਉੱਥੇ ਵੀ ਕਵਰ ਹੋਊਗਾ ਜਿਹੜਾ ਸਟੂਡੈਂਟ ਦਾ? ਕਿਉਂਕਿ MSP ਤਾਂ ਕਵਰ ਹੁੰਦੀ ਨਹੀਂ, ਆਪਾਂ ਬਾਏ ਕਰਦੇ ਹਾਂ। ਹਾਂਜੀ, ਇਹ ਵੀ ਬਹੁਤ ਵਧੀਆ ਕੁਐਸਚਨ। ਜੇ ਆਪਾਂ ਹੁਣ ਜੇ ਵੈਲਿਊ ਦੀ ਗੱਲ ਕਰਦੇ ਹਾਂ, ਆਪਾਂ $50-55 ਦੀ ਗੱਲ ਕੀਤੀ ਸੀ ਵੈਲਿਊ। ਬਿਲਕੁਲ ਜਿਹੜਾ ਸਟੂਡੈਂਟ ਇੱਥੇ ਆਇਆ ਹੋਇਆ, ਇੱਥੋਂ ਬਾਅਦ ਨੂੰ ਲੱਗਿਆ ਵੀ ਚਲੋ ਮੈਂ ਮੈਕਸੀਕੋ ਘੁੰਮਣ ਜਾਣਾ ਹੈ, ਵਿੱਚੋਂ ਛੁੱਟੀਆਂ ਹੈਗੀਆਂ ਨੇ, ਮੈਂ USA ਰਿਸ਼ਤੇਦਾਰ ਨੇ ਉੱਥੇ ਜਾਣਾ, ਆਹੀ ਤੁਹਾਡੀ ਟਰੈਵਲ ਪਾਲਿਸੀ ਬਿਲਕੁਲ ਤੁਹਾਡੀ ਕਵਰੇਜ ਕਰੂਗੀ। ਤੁਸੀਂ ਉੱਥੇ ਵੀ ਜਾ ਸਕਦੇ ਹੋ ਐਜ਼ ਲੌਂਗ ਐਜ਼ ਤੁਸੀਂ 51% ਤੁਸੀਂ ਇੱਥੇ ਸਟੇ ਕਰਦੇ ਹੋ। ਜੇ ਥੋੜ੍ਹਾ ਟਾਈਮ 49% ਤੁਸੀਂ ਉੱਥੇ ਰਹਿ ਲਿਓ, ਉਹ ਤੁਹਾਡੀ ਬਿਲਕੁਲ ਕਵਰੇਜ ਹੈਗੀ ਹੈ। ਹੁਣ ਇਹ ਦੇਖੀਏ ਵੀ ਇਟਸ ਅ ਬਿਗ ਥਿੰਗ, ਜੇ ਹੁਣ US ਜਾ ਕੇ ਕਿਸੇ ਨੂੰ ਸੱਟ ਲੱਗ ਗਈ, ਉਹੀ ਪਾਲਿਸੀ ਤੁਹਾਡੀ ਕਵਰ ਕਰੂਗੀ ਜਿਹੜੀ ਤੁਸੀਂ ਪਾਲਿਸੀ ਇੱਥੇ ਲਈ ਹੋਈ ਹੈ। ਹੁਣ ਜੇ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਵਿੱਚ ਪੈਕੇਜ ਦੇ ਵਿੱਚ ਕੀ ਹੈਗਾ, ਇਹ ਚੀਜ਼ਾਂ ਤੁਸੀਂ ਅਣਗਹਿਲੀ ਕਰ ਜਾਂਦੇ, ਕਹਿੰਦੇ ਚਲੋ ਹੁਣ ਸੱਟ ਲੱਗ ਗਈ, ਪੈਸੇ ਦੇਣੇ ਹੀ ਪੈਣੇ ਨੇ ਸਾਨੂੰ, ਪਰ ਇਹ ਚੀਜ਼ਾਂ ਬਿਲਕੁਲ ਵਿੱਚ ਕਵਰ ਹੈਗੀਆਂ ਜੀ। ਅਤੇ ਇਹ ਜਦੋਂ ਇੰਡੀਆ ਤੋਂ ਹੁਣ ਸਟੂਡੈਂਟਸ ਬਹੁਤ ਸਾਰੇ ਆ ਰਹੇ ਆ, ਉਹ ਇਹ ਪਾਲਿਸੀ ਬਾਰੇ ਕਿੱਦਾਂ ਪਤਾ ਕਰਨ, ਜਾਂ ਕੀ ਇੱਥੇ ਲੈਂਡ ਕਰਨ ਤੋਂ ਬਾਅਦ ਇੰਸ਼ੋਰੈਂਸ ਬਾਏ ਕਰ ਸਕਦੇ ਆ ਇੱਥੋਂ? ਹਾਂਜੀ, ਬਿਲਕੁਲ ਲੈਂਡ ਕਰਨ ਤੋਂ ਪਹਿਲਾਂ ਵੀ ਪਾਲਿਸੀ ਉਹਨਾਂ ਦੇ ਉਹ ਲੈ ਸਕਦੇ, ਤੁਹਾਡੀ ਉਹਨੇ ਕਵਰੇਜ ਸ਼ੁਰੂ ਹੋ ਜਾਊਗੀ। ਆਉਂਦੇ ਉਹਨਾਂ ਨੂੰ ਪਤਾ, ਆਉਂਦੇ ਬਿਲਕੁਲ ਪ੍ਰੋਟੈਕਟਡ ਹੈਗੇ ਨੇ, ਕਿਉਂਕਿ ਜਿਹੜੀਆਂ ਕਈ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨੇ ਉਹ 90 ਡੇਜ਼ ਤੱਕ ਸਟੇਬਲ ਚਾਹੀਦੇ ਨੇ। ਐਗਜ਼ਾਮਪਲ, ਜੇ ਕੋਈ BP ਦੀ ਗੋਲੀ ਲੈਂਦਾ ਜਾਂ ਸ਼ੂਗਰ ਦੀ ਗੋਲੀ ਲੈਂਦਾ, ਕੋਈ ਹੈਲਥ ਇਸ਼ੂਜ਼ ਹੈਗੇ ਨੇ, ਐਜ਼ ਲੌਂਗ ਐਜ਼ ਉਹ 90 ਦਿਨ ਤੋਂ ਪਹਿਲਾਂ ਸਟੇਬਲ ਨੇ, ਉਹਨਾਂ ਦੀ ਕਵਰੇਜ ਇੱਥੇ ਬਿਲਕੁਲ ਉਹੀ ਚੀਜ਼ ਜਿਹੜੀ ਹੈਗੀ ਇੱਥੇ ਵੈਲਿਡ ਮੰਨੀ ਜਾਊਗੀ। ਉਹ ਆਉਣ ਤੋਂ ਪਹਿਲਾਂ ਵੀ ਪਾਲਿਸੀ ਲੈ ਸਕਦੇ ਨੇ, ਆਉਣ ਤੋਂ ਬਾਅਦ ਵੀ ਪਾਲਿਸੀ ਲੈ ਸਕਦੇ। ਜਦੋਂ ਆਪਾਂ ਆਉਣ ਤੋਂ ਬਾਅਦ 'ਚ ਪਾਲਿਸੀ ਲੈਂਦੇ ਹਾਂ, ਉਹਦੇ ਵਿੱਚ ਜਦੋਂ ਗੈਪ ਹੋ ਜਾਂਦਾ, ਗੈਪ ਕਰਕੇ ਕਈ ਵਾਰੀ ਜਿਹੜੀ ਕਵਰੇਜ ਹੈ ਉਹ ਸਾਨੂੰ ਇੱਕੋ ਦਮ ਕਵਰ ਨਹੀਂ ਕਰਦੇ। ਮੇਰਾ ਕਹਿਣ ਦਾ ਭਾਵ ਹੈ, ਜੇ ਕੋਈ ਵੀਕ ਪਹਿਲਾਂ ਆਇਆ ਸੀਗਾ, ਵੀਕ ਪਹਿਲਾਂ ਵਿੱਚ ਗੈਪ ਹੋ ਗਿਆ, ਅੱਜ ਕਵਰੇਜ ਲਈ 1 ਹਫ਼ਤੇ ਬਾਅਦ, ਜੇ ਹੁਣ ਸਾਨੂੰ ਅੱਜ ਹੀ ਲੋੜ ਪੈ ਗਿਆ ਹਸਪਤਾਲ ਜਾਣਾ, ਉਹ ਕਵਰੇਜ ਨਹੀਂ ਹੋਊਗੀ, ਬਿਕੋਜ਼ ਸਾਡਾ ਪਹਿਲਾਂ ਗੈਪ ਸੀਗਾ, ਬਿਕੋਜ਼ ਉਹਦਾ ਵੇਟਿੰਗ ਪੀਰੀਅਡ ਇਸ ਕਰਕੇ ਕਹਿ ਦਿੰਦੇ ਹਾਂ, ਇਸ ਕਰਕੇ ਵੀ ਵੇਟਿੰਗ ਪੀਰੀਅਡ ਹੈ।
ਉਹੀ ਹੈ ਜਿੰਨੀ ਪਹਿਲਾਂ ਆਪਾਂ ਚੀਜ਼ ਲਈ ਹੋਵੇ ਸਾਨੂੰ ਪਤਾ ਵੀ ਚੀਜ਼ 'ਤੇ ਲੋੜ ਹੈਗੀ ਆ। ਇੰਡੀਆ ਬੈਠੇ ਵੀ ਪਾਲਿਸੀ ਲੈ ਸਕਦੇ, ਜੇ ਇੱਥੇ ਰਿਸ਼ਤੇਦਾਰ ਉਹ ਵੀ ਉਹਨਾਂ ਦੀ ਪਾਲਿਸੀ ਖਰੀਦ ਸਕਦੇ। ਇਹ ਨਹੀਂ ਵੀ ਇੱਥੇ ਆ ਕੇ ਪਾਲਿਸੀ ਖਰੀਦਣੀ ਹੈ, ਪਰ ਹਾਂ ਸਟੂਡੈਂਟ ID ਚਾਹੀਦੀ ਉਹਨਾਂ ਦੀ, ਲਿਜਿਟ ਸਟੂਡੈਂਟ ਹੋਣ ਇਹ ਪੈਕੇਜ ਲੈਣ ਵਾਸਤੇ। ਅਤੇ ਇਹ ਜਿਹੜੀ ਥਿੰਕ ਇੰਸ਼ੋਰੈਂਸ ਆ ਔਨਲਾਈਨ ਵੀ ਉਹਨੂੰ ਐਕਸੈਸ ਕੀਤਾ ਜਾ ਸਕਦਾ ਜੀ? ਹਾਂਜੀ ਬਿਲਕੁਲ, ਜੇ ਕੋਈ ਬੈਠਾ ਸੀ ਉਹਨਾਂ ਨੂੰ ਲਿੰਕ ਭੇਜ ਸਕਦੇ ਹਾਂ, ਉਹ ਘਰੇ ਬੈਠੇ ਹੀ ਲਿੰਕ ਤੋਂ ਹੀ ਆਪਦੀ ਪਾਲਿਸੀ ਆਪ ਖਰੀਦ ਸਕਦੇ ਨੇ, ਜਾਂ ਸਾਨੂੰ ਇਨਫੋਰਮੇਸ਼ਨ ਭੇਜ ਸਕਦੇ ਨੇ। ਅਸੀਂ ਔਨਲਾਈਨ ਥਿੰਕ ਇੰਸ਼ੋਰੈਂਸ ਉੱਥੇ ਪ੍ਰੋਸੈਸ ਕਰਕੇ ਉਹਨਾਂ ਨੂੰ ਈਮੇਲ ਕਰ ਦਿਆਂਗੇ ਪਾਲਿਸੀ। ਫਿਰ ਉਹਨਾਂ ਕੋਲ ਪੇਪਰ ਦੇ ਨਾਲ ਜਿਹੜੀ ਡੀਟੇਲ ਕਵਰੇਜ ਹੈ ਉਹਨਾਂ ਕੋਲ ਚਲੇ ਜਾਂਦੀ, ਸਾਡੇ ਪੈਕੇਜ ਦੇ ਵਿੱਚ ਕੀ ਕਵਰੇਜ ਹੈ। ਕਈ ਚੀਜ਼ਾਂ ਦੀ ਨਹੀਂ ਸਮਝ ਲੱਗਦੀ, ਸਾਨੂੰ ਫ਼ੋਨ ਕਰਕੇ ਵੀ ਥਿੰਕ ਇੰਸ਼ੋਰੈਂਸ ਦੀ ਟੀਮ ਨੂੰ ਸਮਝ ਸਕਦਾ ਜੀ। ਅਤੇ ਸਰ ਇੱਕ ਗੱਲ ਹੋਰ, ਅਸੀਂ ਪਿਛਲੀ ਵਾਰੀ ਨਾ ਗੱਲ ਕੀਤੀ ਸੀ ਸੁਪਰ ਵੀਜ਼ਾ ਇੰਸ਼ੋਰੈਂਸ ਦੀ, ਕਿ ਸੁਪਰ ਵੀਜ਼ੇ ਦੇ ਉੱਤੇ ਜਿਹੜੇ ਮਾਪੇ ਆਉਂਦੇ ਆ ਉਹਨਾਂ ਦਾ ਇੰਸ਼ੋਰੈਂਸ ਤੁਸੀਂ ਕਿਹਾ ਸੀ ਵੀ ਜ਼ਰੂਰੀ ਨਹੀਂ ਇਕੱਠਾ ਹੀ ਦੇਣਾ, ਉਹਨੂੰ ਪੇਮੈਂਟ ਦੇ ਵਿੱਚ ਵੀ ਦਿੱਤਾ ਜਾ ਸਕਦਾ। ਹੁਣ ਅਗਲਾ ਸਵਾਲ ਲੋਕਾਂ ਦਾ ਇਹ ਹੈ ਕਿ ਜੇ ਪੇਮੈਂਟ ਦੇ ਵਿੱਚ ਦਿੱਤਾ ਜਾ ਸਕਦਾ ਤਾਂ ਕੀ ਇਹਦੇ ਤੋਂ ਪਹਿਲਾਂ ਕ੍ਰੈਡਿਟ ਚੈੱਕ ਹੁੰਦਾ, ਅਤੇ ਕੀ ਉਹ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ ਅਸਰ ਪਾਉਂਦਾ, ਤਾਂ ਜੇ ਕਿਤੇ ਉਹ ਪੇਮੈਂਟ ਮਿਸ ਹੋ ਜਾਂਦੀ ਉਹਦਾ ਕੀ ਹਿਸਾਬ ਹੁੰਦਾ ਜੀ? ਹਾਂਜੀ ਬਹੁਤ ਵਧੀਆ ਕੁਐਸਚਨ ਹੈ ਜੀ, ਕਿਉਂਕਿ ਆਪਾਂ ਤਾਂ ਹੀ ਇੰਟਰਵਿਊ ਕਰਦੇ ਹਾਂ, ਜਿਹੜੇ ਲੋਕਾਂ ਦੇ ਕੁਐਸਚਨ ਨੇ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਦੱਸੀਏ, ਕਿਉਂਕਿ ਹੋਰ ਲੋਕਾਂ ਦੇ ਕੁਐਸਚਨ ਵੀ ਹੋ ਸਕਦੇ ਨੇ। ਬਿਲਕੁਲ ਕਈਆਂ ਨੂੰ ਇਹ ਡਰ ਹੁੰਦਾ ਜੀ ਮੇਰਾ ਕ੍ਰੈਡਿਟ, ਮੈਂ ਘਰ ਲੈਣਾ ਉੱਧਰੋਂ ਜਾਂ ਮੈਂ ਗੱਡੀ ਲੈਣੀ ਹੈ ਅਤੇ ਮੇਰਾ ਕ੍ਰੈਡਿਟ ਸਕੋਰ ਥੱਲੇ ਨਾ ਚਲਾ ਜਾਏ, ਮੰਥਲੀ ਮੈਂ ਸੁਪਰ ਵੀਜ਼ਾ ਲੈ। ਜਿਹੜੀ ਸੁਪਰ ਵੀਜ਼ਾ ਅਤੇ ਇੰਸ਼ੋਰੈਂਸ ਤੁਹਾਡੇ ਕ੍ਰੈਡਿਟ 'ਤੇ ਬਿਲਕੁਲ ਹਿੱਟ ਨਹੀਂ ਕਰਦੀ, ਕਿਉਂਕਿ ਇਸ ਕਰਕੇ ਨਹੀਂ ਕਰਦੀ ਕਿਉਂਕਿ ਨਾ ਕਈ ਵਾਰੀ ਆਪਣੀ ਕਿਸ਼ਤਾਂ ਮਿਸ ਹੋ ਗਈਆਂ, ਕੈਂਸਲ ਹੋ ਗਏ, ਅਸੀਂ ਡਰਦੇ ਰਹੇ ਸਾਡਾ ਕ੍ਰੈਡਿਟ ਖਰਾਬ ਹੋ ਜਾਊਗਾ। ਬਿਲਕੁਲ ਇੰਸ਼ੋਰੈਂਸ ਨਾ ਹੀ ਸਾਡੀ ਉਹ ਕ੍ਰੈਡਿਟ ਬਿਊਰੋ ਚੈੱਕ ਕਰਦੇ ਨੇ, ਨਾ ਹੀ ਸਾਡਾ ਕ੍ਰੈਡਿਟ, ਜੇ ਕਿਸ਼ਤ ਮਿਸ ਵੀ ਹੋ ਜਾਵੇ ਸਾਡਾ ਕ੍ਰੈਡਿਟ ਖਰਾਬ ਨਹੀਂ ਹੁੰਦਾ ਜੀ। ਬਿਲਕੁਲ ਅਸੀਂ ਨਾ ਕਿ ਉਹਨਾਂ ਤੋਂ ਲੋਨ ਲਿਆ ਹੋਇਆ ਪਰ ਉਹ ਸਾਡਾ ਕ੍ਰੈਡਿਟ 'ਤੇ ਨਹੀਂ ਹੈਗਾ। ਉਹਨਾਂ ਨੂੰ ਪਤਾ ਵੀ ਜੇ ਕਵਰੇਜ ਚਾਹੀਦੀ ਹੈ ਤਾਂ ਉਹਨਾਂ ਨੇ ਇੰਸ਼ੋਰੈਂਸ ਰੱਖਣੀ ਹੈ, ਜੇ ਨਹੀਂ ਕਵਰੇਜ ਹੋਊਗੀ ਉਹਨਾਂ ਨੂੰ ਪਤਾ ਸੀ ਕਲੇਮ ਨਹੀਂ ਦੇਣਾ, ਜੇ ਕਿਸ਼ਤ ਨਹੀਂ ਜਾਂਦੀ। ਇਸ ਕਰਕੇ ਵੀ ਇਹ ਵੀ ਉਹ ਵੀ ਸੇਫ ਨੇ। ਹਾਂ ਉਹਨਾਂ ਨੂੰ ਬਾਹਲੀ ਚਿੰਤਾ ਨੇ, ਕਿਹਾ ਵੀ ਜੇ ਕੱਲ੍ਹ ਨੂੰ ਕਲੇਮ ਆ ਗਿਆ ਤਾਂ ਅਸੀਂ ਕਹਿਣਾ ਤੁਸੀਂ ਤਾਂ ਪਾਲਿਸੀ ਦੇ ਪੈਸੇ ਹੀ ਨਹੀਂ ਦਿੱਤੇ, ਤੁਹਾਡੀ ਕਵਰੇਜ ਜਾਂਦੀ ਲੱਗੀ। ਜੇ ਅਸੀਂ ਕਿਸ਼ਤ ਦਿੰਦੇ ਹਾਂ ਤਾਂ ਸਾਡੀ ਪਾਲਿਸੀ ਵੈਲਿਡ ਹੈ, ਹਾਂ ਨਾ ਹੀ ਤੁਹਾਡਾ ਕ੍ਰੈਡਿਟ ਸਕੋਰ ਹਿੱਟ ਕਰਦੀ ਹੈ, ਤੁਹਾਨੂੰ ਚਿੰਤਾ ਦੀ ਲੋੜ ਨਹੀਂ। ਇੱਕ ਆਖਰੀ ਸਵਾਲ, ਜਿਹੜੇ ਸੁਪਰ ਵੀਜ਼ੇ ਦੇ ਉੱਤੇ ਮਾਪੇ ਆਉਂਦੇ ਆ, ਚਾਹੇ ਉਹ ਸਟੂਡੈਂਟਸ ਦੇ ਆ ਜਾਂ ਕਿਸੇ ਹੋਰ ਦੇ ਆ, ਦੂਜੇ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਆ, ਇਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕੀ ਫ਼ਰਕ ਹੁੰਦਾ, ਅਤੇ ਜਿਹੜੀ ਉਹਨਾਂ ਨੂੰ ਸਿਹਤ ਸਹੂਲਤ ਇੱਥੇ ਕੈਨੇਡਾ ਆ ਕੇ ਮਿਲਣੀ ਆ ਉਹਦੇ 'ਚ ਕੀ ਫ਼ਰਕ ਹੁੰਦਾ? ਹਾਂਜੀ ਜਿਹੜਾ ਵਿਜ਼ਟਰ ਇੰਸ਼ੋਰੈਂਸ ਆ ਉਹ ਵੀ ਇੱਕ ਸੁਪਰ ਵੀਜ਼ਾ ਸਾਲ ਵਾਸਤੇ ਹੈ ਜੀ। ਸਾਲ ਦੀ ਇੰਸ਼ੋਰੈਂਸ ਕਰਾਉਣੀ ਪੈਣੀ ਹੈ, ਕੈਨੇਡੀਅਨ ਕੰਪਨੀ ਤੋਂ ਹੀ ਕਰਾਉਣੀ ਪੈਣੀ ਹੈ, ਪਰ ਇਹ ਹੈ ਵੀ ਮਿਨੀਮਮ ਸਾਲ ਦੀ ਕਵਰੇਜ ਅਤੇ $1,00,000 ਦੀ ਕਵਰੇਜ ਹੋਵੇ ਸੁਪਰ ਵੀਜ਼ਾ 'ਤੇ ਬੁਲਾਉਣਾ ਤਾਂ ਜੀ। ਉਹਨਾਂ ਦੀ ਸਿਹਤ ਦੱਸ ਕੇ ਕਿਸ਼ਤਾਂ 'ਚ ਵੀ ਕਰਾ ਸਕਦੇ ਹੋ, ਡਿਡਕਟੇਬਲ ਵੀ ਰੱਖ ਸਕਦੇ ਹੋ, ਡਿਸਕਾਊਂਟ ਵੀ ਮਿਲ ਸਕਦਾ। ਦੂਜੇ ਪਾਸੇ ਜਿਹੜੀ ਆਪਾਂ ਵਿਜ਼ਟਰ ਇੰਸ਼ੋਰੈਂਸ ਕਹਿ ਦਿੰਦੇ ਹਾਂ, ਟਰੈਵਲ ਇੰਸ਼ੋਰੈਂਸ ਕਹਿ ਸਕਦੇ ਹਾਂ, ਉਹ ਭਾਵੇਂ ਇੰਡੀਆ ਤੋਂ ਕਰਾ ਕੇ ਵੀ ਆ ਸਕਦੇ ਨੇ, ਭਾਵੇਂ ਮਹੀਨੇ ਵਾਸਤੇ ਆਉਣਾ ਮਹੀਨੇ ਵਾਸਤੇ ਇੱਥੇ ਵੀ ਕਰਾ ਸਕਦੇ, 2 ਮਹੀਨਿਆਂ ਵਾਸਤੇ $1,00,000 ਦੀ ਕਰਾਉਣ, 25,000 ਦੀ ਕਰਾਉਣ, 50,000 ਦੀ ਕਰਾਉਣ, 10,000 ਦੀ ਕਰਾਉਣ, ਸਾਡੇ ਕੋਲ ਆਪਸ਼ਨਸ ਨੇ। ਸੁਪਰ ਵੀਜ਼ੇ ਦੇ $1,00,000 ਦੀ ਕਰਾਉਣੀ ਪੈਣੀ ਹੈ। ਦੂਜੇ ਲੋਟ ਆ ਵੀ ਸਾਨੂੰ ਆਪਦੀ ਮਰਜ਼ੀ ਹੈ ਵੀ ਕਿਸੇ ਨੇ 2 ਵੀਕਾਂ ਰਹਿਣਾ, 3 ਵੀਕਾਂ ਰਹਿਣਾ, 3 ਵੀਕ ਦੇ ਹਿਸਾਬ ਨਾਲ ਆਪਦੀ ਕਵਰੇਜ ਕਰਾਉਣਾ। ਆਹੀ ਫ਼ਰਕ ਹੈ। ਸੁਪਰ ਵੀਜ਼ਾ ਵੀ ਟਰੈਵਲ ਇੰਸ਼ੋਰੈਂਸ ਆ, ਉਹ ਸਾਲ ਦੀ ਨਾਂ ਰੱਖਤਾ ਸੁਪਰ ਵੀਜ਼ਾ ਸਿਰਫ ਕਿਉਂਕਿ ਉਹ ਸਾਲ ਦੀ ਇਕੱਠੀ ਕਰਾਉਣੀ ਪੈਣੀ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣ ਵਾਸਤੇ। ਵਿਜ਼ਟਰ ਇੰਸ਼ੋਰੈਂਸ ਆ ਉਹ ਵੀ ਸੇਮ ਹੀ ਆ, ਉਹ ਜੇ ਸਾਲ ਦੀ ਕਰਾਵਾਂਗੇ ਉਹਨੂੰ ਭਾਵੇਂ ਸੁਪਰ ਵੀਜ਼ਾ ਨਹੀਂ, ਪਰ ਸਾਲ ਦੀ ਵੀ ਲੋਕ ਕਰਾਉਂਦੇ, ਕਈ ਆਉਂਦੇ ਪਤਾ ਵੀ ਪੇਰੈਂਟਸ ਨੇ ਜਾਂ ਗ੍ਰੈਂਡ ਪੇਰੈਂਟਸ ਨੇ ਜਾਂ ਕਿਸੇ ਨੇ ਰਹਿਣਾ, ਉੱਦਾਂ ਹੀ ਦੁਬਾਰਾ ਫਿਰ ਆਏ ਨੇ। ਮਰਜ਼ੀ ਇੱਕ ਵਾਰੀ ਸੁਪਰ ਵੀਜ਼ਾ ਲੱਗਿਆ ਹੈ, ਉਦੋਂ ਬਾਅਦ ਸਾਡੀ ਮਰਜ਼ੀ ਹੈ ਵੀ ਸਾਲ ਦੀ ਕਰਾਈਏ ਜਾਂ 6 ਮਹੀਨਿਆਂ ਦੀ ਕਰਾਈਏ। ਜ਼ਰੂਰੀ ਨਹੀਂ ਵੀ ਸੁਪਰ ਵੀਜ਼ਾ ਇੱਕ ਵਾਰੀ ਲੱਗਿਆ ਅਤੇ ਦੁਬਾਰਾ ਫਿਰ ਆਏ ਸਾਲ ਦੀ ਕਰਾਉਣੀ ਹੈ, ਅਸੀਂ ਘੱਟ ਟਾਈਮ ਵਾਸਤੇ ਵੀ ਕਰਾ ਸਕਦੇ ਹਾਂ। ਅਤੇ ਜੇ ਵਿਚਕਾਰੋਂ ਕੋਈ ਮੁੜ ਜਾਵੇ ਸਾਲ ਦੀ ਇੰਸ਼ੋਰੈਂਸ, ਚਾਹੇ ਵਿਜ਼ਟਰ ਨੇ ਲੈ ਲਈ ਚਾਹੇ ਸੁਪਰ ਵੀਜ਼ਾ ਵਾਲੇ ਨੇ ਲੈ ਲਈ, ਅਤੇ ਉਹਦਾ ਇਰਾਦਾ ਬਣ ਗਿਆ ਵੀ 3 ਮਹੀਨਿਆਂ ਬਾਅਦ ਮੈਨੂੰ ਤਾਂ ਪਿੱਛੇ ਮੁੜਨਾ ਪਏਗਾ, ਬਾਕੀ ਉਹਦਾ ਮਨੀ ਦਾ ਕੀ ਹੋਊ ਜੀ? ਇਹ ਵੀ ਐਜ਼ ਲੌਂਗ ਐਜ਼ ਜਦੋਂ ਪਾਲਿਸੀ 'ਤੇ ਕੋਈ ਕਲੇਮ ਨਹੀਂ ਹੈਗਾ ਤੁਹਾਡੀ ਸਾਰੀ ਮਨੀ ਰੀਫੰਡ ਹੋ ਜਾਂਦੀ ਹੈ। ਫਿਰ ਡਿਪੈਂਡ ਕਰਦਾ ਵੀ ਕਈ ਕੰਪਨੀਆਂ ਜਿਹੜੀਆਂ ਉਹ ਕੈਂਸਲੇਸ਼ਨ ਫੀ ਲਾਉਂਦੀਆਂ ਨੇ, ਜੇ ਕਈ ਵਾਰੀ ਆ ਕੇ ਪਹਿਲਾਂ ਉੱਠ ਜਾਂਦੇ ਨੇ ਉਹ ਕੈਂਸਲੇਸ਼ਨ ਫੀ ਚਾਰਜਿਸ ਕਰਦੇ ਨੇ। ਕਈ ਕੰਪਨੀਆਂ ਬਿਲਕੁਲ ਕੋਈ $1 ਨਹੀਂ ਚਾਰਜ ਕਰਦੀਆਂ। ਹੁਣ ਇਹ ਵੀ ਜੇ ਕਈ ਵਾਰੀ ਆ ਕੇ ਵੀ ਜੇ ਪਾਲਿਸੀ ਨਹੀਂ ਰੱਖਣੀ, ਕਈ ਕੰਪਨੀਆਂ ਅਲਾਓ ਕਰਦੀਆਂ ਤੁਸੀਂ ਬਿਲਕੁਲ ਆਪਦੀ ਪਾਲਿਸੀ ਕੈਂਸਲ ਕਰ ਸਕਦੇ ਹੋ ਕੈਂਸਲੇਸ਼ਨ ਫੀ ਦੇ ਕੇ। ਜੇ ਕਿਸੇ ਨੇ ਜਿਹੜੀਆਂ ਹੁਣ ਇਹ ਵੀ ਹੈਗਾ ਜੋ ਇੱਥੇ ਆਏ ਨੇ ਉਦੋਂ ਬਾਅਦ ਜੇ ਕਿਤੇ ਹੁਣ US ਜਾਂ ਕਿਤੇ ਹੋਰ ਜਾਣਾ, ਉਹ ਟਰੈਵਲ ਇੰਸ਼ੋਰੈਂਸ ਉਹੀ ਪਾਲਿਸੀ ਜਿਹੜੀ ਹੈ ਉਹ ਕੰਮ ਕਰਦੀ ਹੈ ਐਜ਼ ਲੌਂਗ ਐਜ਼ ਤੁਸੀਂ ਸਾਈਡ ਟ੍ਰਿਪ 'ਤੇ ਵੀ ਜਾਂਦੇ ਹੋ ਕਿਤੇ, ਜਾਂ US ਅਮਰੀਕਾ ਜੇ ਪਰਿਵਾਰਾਂ ਨੇ ਘੁੰਮਣ ਜਾਣਾ ਉੱਥੇ ਵੀ ਕਵਰੇਜ ਹੋਊਗੀ ਜੀ। ਤਿੰਨ ਸਾਹਿਬ ਕਾਂਟੈਕਟ ਨੰਬਰ ਆਖਰ ਦੇ ਵਿੱਚ ਆਪਣਾ ਜੀ? ਹਾਂਜੀ ਆਖਰ ਸੌਖਾ ਜੀ ਸਾਡਾ ਨੰਬਰ ਜੀ 8 ਤੋਂ 8 ਕੰਮ ਹੈ ਜੀ ਸਾਡਾ, 8 to 8 ਅਤੇ 7 ਦਿਨ ਸਾਡੀਆਂ BC 2 ਲੋਕੇਸ਼ਨਾਂ ਜੀ, ਅਤੇ ਪਿੱਛੇ ਬਾਬੇ ਦਾ 13 ਜੀ, 8 ਤੋਂ 8 7213 ਸਾਡਾ ਨੰਬਰ ਹੈ ਜੀ। ਅਤੇ BC ਅਲਬਰਟਾ ਅਤੇ ਅੰਟਾਰੀਓ ਕਿਤੇ ਵੀ ਸਾਡੀਆਂ ਸਰਵਿਸਿਜ਼ ਨੇ ਹਮੇਸ਼ਾ ਅਵੇਲੇਬਲ। ਤੁਸੀਂ ਕਿਤੇ ਵੀ ਬੈਠੇ ਹੋ
ਘਰੇ ਬੈਠੀ ਸਾਡੀ ਤੁਸੀਂ ਸਰਵਿਸ ਇੰਜੋਏ ਕਰ ਸਕਦੇ ਹੋ। ਬਾਕੀ ਥੈਂਕ ਯੂ ਸਾਰੀ ਟੀਮ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ। ਅਤੇ ਐਨੀ ਕੋਈ ਕੁਐਸਚਨ ਹਮੇਸ਼ਾ ਹਾਜ਼ਰ ਹਾਂ ਜੀ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ। ਦੋਸਤੋ, ਤੁਸੀਂ ਕਦੇ ਵੀ ਪਰਮਿੰਦਰ ਸਿੰਘ ਹੋਣਾ ਨੂੰ ਕਾਲ ਕਰ ਸਕਦੇ ਹੋ WhatsApp ਦੇ ਉੱਤੇ, ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਜਾਂ ਇੱਥੇ ਸਟੂਡੈਂਟ ਆਏ ਆ। ਪਤਾ ਜ਼ਰੂਰ ਕਰੋ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੀ ਕਵਰ ਆ। ਤੁਸੀਂ ਪੇ ਕਰ ਰਹੇ ਹੋ, ਮਿਹਨਤ ਨਾਲ ਕਮਾਇਆ ਪੈਸਾ ਦੇ ਰਹੇ ਹੋ ਕੰਪਨੀ ਨੂੰ, ਤਾਂ ਉਹਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉਹਨੂੰ ਵੀ ਅਵੇਲ ਕਰੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ ਸਰ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।